ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਸ਼ਬਦ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਹਰਿ ਜੀਉ ਇਉ ਪਿਰ ਰਾਵੈ ਨਾਰ, ਤੁਧ ਭਾਵਨ ਸੁਹਾਗਣੀ, ਆਪਣੀ ਕਿਰਪਾ ਲਹਿ ਸਵਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਆਪ ਜੀਆਂ ਨੇ ਸਰਵਨ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 54 ਦੇ ਉੱਪਰ ਸੁਭਾਏਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਜੋ ਰਹਾਉ ਵਾਲੀ ਪਾਵਨ ਪੰਗਤੀ ਆਪ ਜੀ ਨੇ ਸਰਵਨ ਕੀਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਰ ਇੱਕ ਪ੍ਰਾਣੀ ਨੂੰ ਪਰਮੇਸ਼ਵਰ ਦੇ ਨਾਲ ਜੋੜਦਿਆਂ ਹੋਇਆਂ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਇਸ ਸਰੀਰ ਦੇ ਅੰਦਰ ਜੋ ਨਾਰ ਇਸਤਰੀ ਹੈ, ਜੀਵ ਇਸਤਰੀ, ਉਹਨਾਂ ਸਾਰੀਆਂ ਜੀਵ ਇਸਤਰੀਆਂ ਦਾ ਮਾਲਕ ਪਤੀ ਪਰਮੇਸ਼ਰ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ। ਸਾਡੇ ਸਾਰਿਆਂ ਦਾ ਹੀ ਖਸਮ ਇੱਕੋ ਹੀ ਹੈ, ਪਰਮੇਸ਼ਵਰ। ਅਸੀਂ ਸਰੀਰਕ ਤਲ ਤੇ ਜਿਉਣ ਵਾਲਿਆਂ ਨੇ ਭਾਵੇਂ ਬਹੁਤ ਸਾਰੀਆਂ ਵੰਡੀਆਂ ਪਾ ਲਈਆਂ, ਤੇ ਜਿੰਨੇ ਅਸੀਂ ਧਰਮ ਵਰਨ ਦੇ ਵਿੱਚ ਵੰਡੇ ਹੋਏ ਹਾਂ, ਉਨੇ ਹੀ ਅਸੀਂ ਪਰਮੇਸ਼ਵਰ ਨੂੰ ਵੀ ਵੰਡ ਲਿਆ। ਜਾਂ ਕਹਿ ਲਈਏ ਕਿ ਅਸੀਂ ਆਪਣਾ ਆਪਣਾ ਖਸਮ ਜਿਹੜਾ ਸੀ ਉਹ ਬਣਾ ਲਿਆ। ਪਰ ਇਹ ਭੁਲੇਖਾ ਹੈ ਸਾਡਾ, ਕਿਉਂਕਿ ਅਸਲ ਦੇ ਵਿੱਚ ਖਸਮ ਇੱਕੋ ਹੀ ਹੈ, ਔਰ ਉਸੇ ਹੀ ਖਸਮ ਦੀ ਬਾਣੀ ਦੇ ਨਾਲ ਸਾਨੂੰ ਜੋੜਿਆ ਹੈ। ਸਭ ਕਹਿੰਦੇ ਇਹ ਬਾਣੀ ਜਿਹੜੀ ਹੈ ਇਹ ਵੀ ਉਸ ਮਾਲਕ ਦੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਖਸਮ ਦੀ ਬਾਣੀ ਹੈ। ਇਸ ਵਾਸਤੇ ਜਿੰਨੀਆਂ ਵੀ ਜੀਵ ਇਸਤਰੀਆਂ ਨੇ ਇਸ ਸਰੀਰ ਦੇ ਅੰਦਰ, ਉਹਨਾਂ ਸਾਰਿਆਂ ਦਾ ਪਤੀ, ਸਾਰਿਆਂ ਦਾ ਮਾਲਕ ਇੱਕੋ ਹੀ ਹੈ। ਬਾਹਰੋਂ ਅਸੀਂ ਸਰੀਰ ਕਰਕੇ ਭਾਵੇਂ ਵੱਖ-ਵੱਖ ਧਰਮ ਦੇ ਵਿੱਚ ਵੰਡੇ ਗਏ ਹੋਈਏ, ਤੇ ਕੋਈ ਉਹਨੂੰ ਕਿਸੇ ਨਾਮ ਦੇ ਨਾਲ ਪੁਕਾਰੇ, ਕੋਈ ਕਿਸੇ ਨਾਮ ਦੇ ਨਾਲ, ਕੋਈ ਕਿਸ ਤਰ੍ਹਾਂ ਦਾ ਸ਼ਿੰਗਾਰ ਕਰੇ, ਕੋਈ ਕਿਸ ਤਰ੍ਹਾਂ ਦਾ ਸ਼ਿੰਗਾਰ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਕਿ ਸਾਨੂੰ ਉਹ ਸ਼ਿੰਗਾਰ ਕਰਨਾ ਚਾਹੀਦਾ ਹੈ ਜੋ ਮੇਰੇ ਮਾਲਕ ਨੂੰ ਭਾਉਂਦਾ ਹੈ। ਜੋ ਸਾਡੀ ਜੀਵ ਇਸਤਰੀ ਦਾ ਕੀਤਾ ਹੋਇਆ ਸ਼ਿੰਗਾਰ ਪਰਮੇਸ਼ਵਰ ਨੂੰ ਭਾਉਂਦਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਸ਼ਬਦ ਵਿੱਚ ਕਿਰਪਾ ਕਰਦੇ
ਜਾਂ ਗੁਰਬਾਣੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਸੁਹਾਗਣ ਔਰ ਦੁਹਾਗਣ ਦਾ ਜ਼ਿਕਰ ਕੀਤਾ ਹੈ ਕਿ ਦੁਹਾਗਣਾਂ ਦਾ ਜੀਵਨ ਕੈਸਾ ਹੁੰਦਾ ਹੈ ਤੇ ਸੁਹਾਗਣਾਂ ਦਾ ਕਿਸ ਤਰ੍ਹਾਂ ਦਾ ਹੁੰਦਾ ਹੈ। ਦੋ ਤਰ੍ਹਾਂ ਦੇ ਰੰਗ ਨੇ, ਇੱਕ ਪੱਕਾ ਰੰਗ ਤੇ ਇੱਕ ਕੱਚਾ ਰੰਗ, ਇੱਕ ਮਜੀਠਾ ਤੇ ਇੱਕ ਕਸੁੰਬਾ। ਕਈਆਂ ਦਾ ਸ਼ਿੰਗਾਰ ਕਸੁੰਬੇ ਰੰਗ ਦੇ ਵਿੱਚ ਹੈ ਤੇ ਕਈਆਂ ਦਾ ਸ਼ਿੰਗਾਰ ਮਜੀਠੇ ਰੰਗ ਵਿੱਚ ਹੈ। ਜਿਹੜਾ ਸ਼ਿੰਗਾਰ ਕਸੁੰਬੇ ਰੰਗ ਦੇ ਵਿੱਚ ਹੈ ਉਹ ਤਾਂ ਪਲਾਂ ਦੇ ਵਾਸਤੇ ਹੁੰਦਾ ਹੈ, ਥੋੜ੍ਹੀ ਦੇਰ ਵਾਸਤੇ ਦਿਖਾਵੇ ਵਾਸਤੇ ਹੁੰਦਾ ਹੈ। ਪਰ ਜਿਹੜਾ ਮਜੀਠੇ ਰੰਗ ਵਾਲਾ ਸ਼ਿੰਗਾਰ ਹੈ ਇਹ ਦਿਖਾਵੇ ਵਾਸਤੇ ਵੀ ਨਹੀਂ ਤੇ ਥੋੜ੍ਹੇ ਸਮੇਂ ਵਾਸਤੇ ਵੀ ਨਹੀਂ ਹੁੰਦਾ। ਇਹ ਸ਼ਿੰਗਾਰ ਔੜਕ ਤੱਕ ਨਿਭ ਜਾਣ ਵਾਲੇ ਵਾਸਤੇ ਹੁੰਦਾ ਹੈ ਕਿ ਸਾਡੀ ਮਾਲਕ ਦੇ ਨਾਲ ਔੜਕ ਤੱਕ ਨਿਭ ਜਾਵੇ। ਇਸ ਲਈ ਮਹਾਰਾਜ ਨੇ ਕੁਚੱਜੀ ਔਰ ਸੁਚੱਜੀ ਦੋ ਸ਼ਬਦ ਵਰਤੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿ ਇੱਕ ਨੂੰ ਜੀਵਨ ਜਿਉਣ ਦਾ ਚੱਜ ਆ ਗਿਆ, ਇੱਕ ਨੂੰ ਜੀਵਨ ਜਿਉਣ ਦਾ ਚੱਜ ਨਹੀਂ ਆਇਆ। ਰਾਤ ਦੇ ਦੀਵਾਨਾਂ ਵਿੱਚ ਵੀ ਇਹੀ ਵਿਚਾਰ ਚੱਲੀ ਕਿ ਜਿਹੜੀਆਂ ਇਸਤਰੀਆਂ ਕੁਚੀਲ ਸਨ, ਜਿਨ੍ਹਾਂ ਦੇ ਮਨ ਦੇ ਵਿੱਚ ਖੋਟ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੂੰ ਸੁਚੱਜੀਆਂ ਬਣਾਉਣ ਵਾਸਤੇ ਭਾਈ ਮਰਦਾਨਾ ਜੀ ਨੂੰ ਅੱਗੇ ਕੀਤਾ। ਕਾਮਰੂਪ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਗਏ, ਔਰ ਉਹ ਜਿਹੜੀਆਂ ਕੁਚੱਜੀਆਂ ਸਨ, ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਅੱਗੇ ਕੀਤਾ। ਉਹਨਾਂ ਦੇ ਰਾਹੀਂ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਸੁਚੱਜੀਆਂ ਬਣਾਇਆ, ਉਹਨਾਂ ਨੂੰ ਸੁਹਾਗਣ ਵਾਲਾ ਗੁਣ ਦਿੱਤਾ ਵੀ ਤੁਸੀਂ ਸੁਚੱਜੇ ਢੰਗ ਵਾਲਾ ਜੀਵਨ ਜੀ ਕੇ ਆਪਣੇ ਇਸ ਜਨਮ ਨੂੰ ਸਫਲਾ ਕਰੋ। ਦੁਹਾਗਣ ਬਣ ਕੇ ਜਾਂ ਕੁਚੱਜਾ ਜੀਵਨ ਜੀ ਕੇ ਆਪਣੇ ਇਸ ਜਨਮ ਨੂੰ ਵਿਗਾੜੋ ਨਾ। ਇਹ ਬੜਾ ਵਡਮੁੱਲਾ ਜਨਮ, ਕੀਮਤੀ ਜਨਮ ਹੈ। ਇਹਨੂੰ ਬਾਹਰ ਦੇ ਵਿਖਾਵੇ ਵਾਲੇ ਸ਼ਿੰਗਾਰ ਕਰਕੇ ਅਜਾਈ ਨਾ ਗਵਾਓ। ਚੰਗੇ ਗੁਣ ਗ੍ਰਹਿਣ ਕਰਕੇ ਉਸ ਮਾਲਕ ਦੀਆਂ ਖੁਸ਼ੀਆਂ ਦੇ ਪਾਤਰ ਬਣੋ। ਅੱਜ ਸ਼ਬਦ ਵਿੱਚ ਵੀ ਗੁਰੂ ਸਾਹਿਬ ਮਹਾਰਾਜ ਜੀ ਇਹੀ ਗੱਲ ਸਮਝਾਉਂਦੇ। ਜੋ ਰਹਾਉ ਵਾਲੀ ਪੰਕਤੀ ਮਹਾਰਾਜ ਕਹਿੰਦੇ, ਹਰ ਜੀਓ ਇਉਂ ਪਿਰ ਰਾਵਹਿ ਨਾਰ। ਨਾਰ ਦਾ ਅਰਥ ਹੈ ਇਸਤਰੀ। ਇਸਤਰੀ ਦਾ ਮਤਲਬ ਜੀਵ ਇਸਤਰੀ। ਕਿਉਂਕਿ ਜੇ ਆਪਾਂ ਬਾਹਰੂਨੀ ਤਲ ਤੇ ਗੱਲ ਕਰਾਂਗੇ ਫਿਰ ਤਾਂ ਪੁਰਸ਼ ਕਹਿਣਗੇ ਵੀ ਇਹ ਸ਼ਬਦ ਵਿੱਚ ਸਾਡੀ ਗੱਲ ਥੋੜ੍ਹੀ ਕੀਤੀ ਹੈ, ਇਸ ਸ਼ਬਦ ਵਿੱਚ ਤਾਂ ਇਸਤਰੀ ਦੀ ਗੱਲ ਕੀਤੀ ਹੈ। ਅਸੀਂ ਤੇ ਪੁਰਸ਼ ਹਾਂ, ਇਹਦਾ ਮਤਲਬ ਗੁਰਬਾਣੀ ਸਾਨੂੰ ਨਹੀਂ ਸਮਝਾ ਰਹੀ। ਗੁਰਬਾਣੀ ਸਰੀਰ ਨੂੰ ਨਹੀਂ ਸਮਝਾਉਂਦੀ, ਗੁਰਬਾਣੀ ਸਮਝਾਉਂਦੀ ਹੈ ਜੀਵ ਇਸਤਰੀ ਨੂੰ। ਔਰ ਜੀਵ ਇਸਤਰੀ ਦੇ ਰਾਹੀਂ ਇਸ ਮਨ ਨੂੰ, ਕਿਉਂਕਿ ਮਨ ਜੀਵ ਇਸਤਰੀ ਦਾ ਪਰਛਾਵਾਂ ਹੈ, ਮਨ ਦੇ ਰਾਹੀਂ ਹੀ ਸੁਹਾਗਣ ਬਣਿਆ ਜਾਣਾ ਹੈ, ਮਨ ਦੇ ਰਾਹੀਂ ਹੀ ਦੁਹਾਗਣ ਬਣਿਆ ਜਾਣਾ ਹੈ। ਮਨ ਨੇ ਹੀ ਸੁਚੱਜਾ ਜੀਵਨ ਜਿਉਣ ਵਾਸਤੇ ਗੁਣ ਗ੍ਰਹਿਣ ਕਰਨਾ ਤੇ ਮਨ ਨੇ ਹੀ ਕੁਚੱਜਾ ਜੀਵਨ ਲਈ ਅਵਗੁਣ ਇਕੱਠੇ ਕਰਨੇ। ਮਨ ਨੇ ਹੀ ਚੰਗਾ ਬਣਾਉਣਾ ਤੇ ਮਨ ਨੇ ਹੀ ਮਾੜਾ ਬਣਾਉਣਾ ਹੈ। ਇਸ ਵਾਸਤੇ ਜੀਵ ਇਸਤਰੀ ਨੂੰ ਮਨ ਦੇ ਰਾਹੀਂ ਸਮਝਾਉਣ ਦਾ ਯਤਨ ਬਾਣੀ ਵਿੱਚ ਕੀਤਾ ਹੈ, ਸਰੀਰ ਨੂੰ ਵੇਖ ਕੇ ਨਹੀਂ। ਸਰੀਰ ਵਿੱਚੋਂ ਨਿਕਲ ਕੇ ਅਸੀਂ ਜਿੰਦ ਜੀਵ ਇਸਤਰੀ ਵੱਲ ਦੇਖੀਏ, ਉਹ ਪੁਰਸ਼ ਨਹੀਂ ਜਿਹਦੇ ਵਿੱਚ ਅਸੀਂ ਆਪਣਾ ਪੱਲਾ ਝਾੜ ਕੇ ਕਹਿ ਸਕੀਏ ਵੀ ਸਾਨੂੰ ਥੋੜ੍ਹੀ ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਹਰ ਇੱਕ ਜੀਵ ਇਸਤਰੀ ਨੂੰ ਕਹਿ ਰਹੀ ਹੈ, ਹਰ ਇੱਕ ਧਰਮ ਵਰਗ ਦੇ ਪ੍ਰਾਣੀ ਨੂੰ ਗੁਰਬਾਣੀ ਸਮਝਾਉਂਦੀ ਹੈ। ਸਾਹਿਬ ਜੀ ਕਹਿੰਦੇ, ਇਉਂ ਪਿਰ ਰਾਵਹਿ ਨਾਰ। ਨਾਰ ਦਾ ਅਰਥ ਹੁੰਦਾ ਹੈ ਇਸਤਰੀ, ਕਿ ਇਸ ਤਰ੍ਹਾਂ ਉਹ ਪਰਮੇਸ਼ਵਰ ਜਿਹੜਾ ਹੈ ਉਹ ਜੀਵ ਇਸਤਰੀ
ਨੂੰ ਆਪਣੇ ਨਾਲ ਮਿਲਾਉਂਦਾ ਹੈ, ਜਾਂ ਜੀਵ ਇਸਤਰੀ ਉਹੀ ਆਪਣੇ ਪਿਆਰੇ ਦੇ ਚਰਨਾਂ ਦਾ ਸੁੱਖ ਮਾਣਦੀ ਹੈ, ਜਿਹੜੀ ਮੇਰੇ ਮਾਲਕ ਨੂੰ ਭਾ ਜਾਂਦੀ ਹੈ, ਜਿਹੜੀ ਮੇਰੇ ਮਾਲਕ ਨੂੰ ਚੰਗੀ ਲੱਗਦੀ ਹੈ। ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ। ਇਹ ਮਾਲਕ ਜੀ, ਜਿਨ੍ਹਾਂ ਨੂੰ ਤੁਸੀਂ ਆਪ ਕਿਰਪਾ ਕਰਕੇ ਸੋਹਣੇ ਗੁਣ ਦੇ ਕੇ, ਸ਼ੁਭ ਗੁਣ ਦੇ ਕੇ ਸੁਹਾਗਣੀ ਬਣਾ ਲੈਂਦੇ ਹੋ, ਆਪਣੀ ਮਿਹਰ ਕਰਕੇ ਉਹਨਾਂ ਨੂੰ ਸਵਾਰ ਦਿੰਦੇ ਹੋ, ਉਹੀ ਤੁਹਾਡੇ ਚਰਨਾਂ ਦੇ ਵਿੱਚ ਲੀਨ ਹੋ ਕੇ ਤੁਹਾਡੇ ਚਰਨਾਂ ਦਾ ਸੁੱਖ ਮਾਣਦੀਆਂ ਨੇ। ਤੇ ਲਗਭਗ ਆਪਾਂ ਪੰਗਤੀਆਂ ਸਾਂਝੀਆਂ ਕਰਦੇ ਹੀ ਰਹਿੰਦੇ ਹਾਂ, ਸੰਗਤੀ ਰੂਪ ਵਿੱਚ ਪੜ੍ਹਦੇ ਹੀ ਰਹਿੰਦੇ ਹਾਂ ਕਿ ਜਿਹੜੀਆਂ ਹਜੇ ਸੁਹਾਗਣ ਨਹੀਂ ਬਣ ਪਾਈਆਂ, ਜਿਨ੍ਹਾਂ ਨੂੰ ਹਜੇ ਸੁਹਾਗ ਦੇ ਨਾਮ ਦਾ ਰੰਗ ਨਹੀਂ ਚੜਿਆ, ਜਿਨ੍ਹਾਂ ਨੇ ਆਪਣਾ ਜੀਵਨ ਹਜੇ ਸਵਾਰਿਆ ਹੀ ਨਹੀਂ ਹੈ, ਬਾਹਰੋਂ ਹੀ ਸਵਾਰਨ ਤੇ ਲੱਗੇ ਹੋਏ ਆ, ਬਾਹਰੋਂ ਹੀ ਸ਼ਿੰਗਾਰਨ ਤੇ ਲੱਗੇ ਹੋਏ ਆ, ਜਿਨ੍ਹਾਂ ਨੇ ਅਜੇ ਤੱਕ ਆਪਣਾ ਆਚਰਨ ਸਵਾਰਨ ਦਾ ਯਤਨ ਨਹੀਂ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਉਹ ਜੀਵ ਇਸਤਰੀਆਂ ਕੁਮਲਾਈਆਂ ਹੋਈਆਂ ਬੇਨਤੀਆਂ ਕਰਦੀਆਂ ਨੇ ਕਿ ਅਸੀਂ ਕਦੋਂ ਸੁਹਾਗਣ ਬਣ ਕੇ ਆਪਣਾ ਜੀਵਨ ਲੇਖੇ ਵਿੱਚ ਲਾ ਸਕਾਂਗੀਆਂ। ਦੁਹਾਗਣ ਬਣ ਕੇ ਭਟਕਦੀਆਂ ਰਹੀਆਂ ਹਾਂ ਤੇ ਅਗਾਂਹ ਵੀ ਕਿਤੇ ਸਾਨੂੰ ਭਟਕਣਾ ਨਾ ਪੈ ਜਾਏ। ਕਰਮਹੀਣ ਧਨ ਕਰੈ ਬੇਨੰਤੀ। ਕਰਮਹੀਣ, ਕਰਮਾਂ ਦੇ ਹੀਣੀ, ਕਰਮਾਂ ਦੀ ਮਾਰੀ ਹੋਈ। ਦੋਸ਼ ਮਨ ਨੂੰ ਹੈ, ਕਿਉਂਕਿ ਕਰਮ ਮਨ ਦੇ ਰਾਹੀਂ ਹੋਣਾ। ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਕਹਿੰਦੇ ਜਿਹੜੀਆਂ ਸੁਹਾਗਣ ਬਣ ਗਈਆਂ, ਤੁਧ ਭਾਵਨ ਸੁਹਾਗਣੀ, ਹੈ ਮਾਲਕ ਜੀ, ਉਹ ਸੁਹਾਗਣੀ ਸ਼ੁਭ ਗੁਣਾਂ ਵਾਲੀਆਂ ਤੁਹਾਨੂੰ ਭਾਉਂਦੀਆਂ ਨੇ, ਚੰਗੀਆਂ ਲੱਗਦੀਆਂ, ਕਿਉਂਕਿ ਤੁਸੀਂ ਉਹਨਾਂ ਤੇ ਆਪਣੀ ਕਿਰਪਾ ਕੀਤੀ ਤੇ ਉਹਨਾਂ ਨੂੰ ਸਵਾਰ ਲਿਆ, ਉਹਨਾਂ ਨੂੰ ਅੰਦਰੋਂ ਸ਼ਿੰਗਾਰ ਦੇ ਦਿੱਤਾ ਮਜੀਠੇ ਰੰਗ ਦੇ ਵਿੱਚ। ਇਸ ਲਈ ਹਰ ਜੀਓ ਇਉਂ ਪਿਰ ਰਾਵੈ ਨਾਰ। हे ਮਾਲਕ ਜੀ, ਤੁਹਾਡੇ ਚਰਨਾਂ ਦੇ ਵਿੱਚ ਜੀਵ ਇਸਤਰੀਆਂ ਇਸ ਤਰ੍ਹਾਂ ਆ ਕੇ ਲੀਨ ਹੁੰਦੀਆਂ ਨੇ, ਜਿਹੜੀਆਂ ਸੁਹਾਗਣ ਬਣ ਜਾਣ ਤੇ ਤੁਹਾਨੂੰ ਭਾ ਜਾਣ, ਔਰ ਜਿਨ੍ਹਾਂ ਉੱਤੇ ਤੁਹਾਡੀ ਕਿਰਪਾ ਹੋਵੇ ਤੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਵਾਰ ਲਿਆ ਹੈ। ਹੁਣ ਕਿਰਪਾ ਕਿਵੇਂ ਹੋਣੀ ਹੈ? ਗੁਰੂ ਸਾਹਿਬ ਦੇ ਰਾਹੀਂ। ਸੁਹਾਗਣ ਕਿਵੇਂ ਬਣਿਆ ਜਾਣਾ? ਗੁਰੂ ਸਾਹਿਬ ਦੇ ਰਾਹੀਂ। ਕਿਉਂਕਿ ਜਿਸ ਤਰ੍ਹਾਂ ਅਸੀਂ ਹਾਰ ਸ਼ਿੰਗਾਰ ਧਰਮ ਦੇ ਨਾਮ ਤੇ ਕਰ ਰਹੇ ਹਾਂ, ਸਭ ਕਹਿੰਦੇ ਇਸ ਤਰ੍ਹਾਂ ਤੈਨੂੰ ਉਸ ਪਿਆਰੇ ਦੀਆਂ ਖੁਸ਼ੀਆਂ ਨਹੀਂ ਮਿਲਣੀਆਂ ਤੇ ਨਾ ਹੀ ਤੂੰ ਉਹਨੂੰ ਚੰਗੀ ਲੱਗ ਸਕੇਂਗੀ, ਭਾ ਸਕੇਂਗੀ, ਕਿਉਂਕਿ ਤੇਰੇ ਜਿਹੜੇ ਚੋਲੇ ਨੇ ਇਹ ਮੋਹ ਮਾਇਆ ਦੇ ਲਭ ਲੋਭ ਦੇ ਰੰਗ ਵਿੱਚ ਰੰਗੇ ਹੋਏ ਨੇ। ਤੇਰੇ ਕੋਲ ਸਿਰਫ ਇੱਕ ਸੁਹਾਗਣ ਹੋਣ ਵਾਲਾ ਦਿਖਾਵਾ ਹੈ, ਅੰਦਰ ਸ਼ੁਭ ਗੁਣ ਜਿਹੜੇ ਨੇ ਉਹ ਕੋਈ ਨਹੀਂ। ਜਿਹਨੂੰ ਆਪਾਂ ਕਹਿ ਸਕਦੇ ਹਾਂ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਰਹਿਤ ਕੁਛ ਹੋਰ ਕਹਿੰਦੀ ਹੈ, ਪਰ ਬਾਹਰ ਦਾ ਕਰਮ ਜਿਹੜਾ ਸ਼ਿੰਗਾਰ ਹੈ ਉਹ ਕੁਛ ਹੋਰ ਕਹਿੰਦਾ ਹੈ। ਕਰਨੀ ਕੁਛ ਹੋਰ ਹੈ, ਕਥਨੀ ਕੁਛ ਹੋਰ ਹੈ। ਮਨ ਅੰਦਰ ਪ੍ਰੀਤ ਕੋਈ ਨਹੀਂ, ਪਰ ਮੁੱਖੋਂ ਗੰਢਾਂ ਇੰਨੀਆਂ ਲਾਈਆਂ ਜਾ ਰਹੀਆਂ ਨੇ ਕਿ ਜਿਵੇਂ ਪਰਮੇਸ਼ਵਰ ਇਹਨੂੰ ਹੀ ਭਾਉਂਦਾ ਹੈ, ਹੋਰ ਕਿਸੇ ਨੂੰ ਨਹੀਂ। ਜਾਂ ਇਹੀ ਪਰਮੇਸ਼ਵਰ ਦੇ ਰੰਗ ਵਿੱਚ ਰੰਗੀ ਹੋਈ ਜੀਵ ਇਸਤਰੀ ਹੈ, ਹੋਰ ਕੋਈ ਵੀ ਨਹੀਂ। ਇਸ ਤਰ੍ਹਾਂ ਦੀ ਅਵਸਥਾ ਨੂੰ ਪਾਖੰਡ ਕਿਹਾ ਗਿਆ ਹੈ ਕਿ ਸਿਰਫ ਇਹ ਪਾਖੰਡ ਦਾ ਅਰਥ ਵੀ ਇਹੀ ਹੈ ਕਿ ਦੋ ਹਿੱਸੇ, ਅੰਦਰੋਂ ਕੁਝ ਤੇ ਬਾਹਰੋਂ ਕੁਝ। ਜਿੰਨਾ ਅਸੀਂ ਬਾਹਰੋਂ ਸੁਹਾਗਣ ਬਣ ਕੇ, ਭਾਵ ਗੁਰਮੁਖ ਬਣ ਕੇ ਦਿਸਦੇ ਹਾਂ, ਪਰ ਮਾਫ ਕਰਨਾ, ਉਹਦੇ ਨਾਲੋਂ ਕਈ ਗੁਣਾ ਅਸੀਂ ਅੰਦਰ ਮਨਮੁਖ ਹਾਂ। ਬਾਹਰੋਂ ਅਵਸਥਾ ਸੁਹਾਗਣ ਦੀ ਹੈ, ਅੰਦਰ ਦੁਹਾਗਣ ਦੀ ਹੈ। ਬਾਹਰ ਅਵਸਥਾ ਸੁਚੱਜੀ ਦੀ ਹੈ, ਅੰਦਰ ਕੁਚੱਜੀ ਦੀ ਹੈ। ਬਾਹਰੋਂ ਸਾਡਾ ਜੀਵਨ ਬਹੁਤ ਸਾਫ਼ ਸੁਥਰਾ ਚੰਗਾ ਹੈ, ਉਨਾ ਹੀ ਸਾਡਾ ਜੀਵਨ ਅੰਦਰੋਂ ਮੈਲਾ ਹੈ।
ਤੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਵੀ ਮੈਂ ਤੁਹਾਨੂੰ ਵਿਛੜੀਆਂ ਹੋਈਆਂ ਰੂਹਾਂ ਨੂੰ ਪਰਮੇਸ਼ਵਰ ਨਾਲ ਮਿਲਾਉਣਾ ਹੈ, ਪਰ ਐਵੇਂ ਨਹੀਂ ਮਿਲਾਉਣਾ ਕਿ ਤੁਸੀਂ ਅੰਦਰੋਂ ਮੈਲੇ ਹੋਵੋ ਤੇ ਬਾਹਰੋਂ ਉਜਲ ਹੋ ਕੇ ਕਹੋ ਵੀ ਸਾਨੂੰ ਮਿਲਾ ਦਿਓ। ਤੁਹਾਨੂੰ ਬਾਹਰੋਂ ਨਹੀਂ, ਤੁਹਾਨੂੰ ਅੰਦਰੋਂ ਉਜਲ ਕਰਨਾ ਹੈ। ਅੰਦਰ ਦੀ ਤੁਹਾਡੀ ਮਲ ਨੂੰ ਧੋਣਾ ਹੈ, ਅੰਦਰੋਂ ਤੁਹਾਡੇ ਅੰਦਰੋਂ ਦੁਹਾਗਣ ਵਾਲਾ ਅਵਗਣ ਕੱਢਣਾ ਹੈ, ਤਾਂ ਤੁਹਾਨੂੰ ਅੰਦਰੋਂ ਸੁਹਾਗਣ ਬਣਾ ਕੇ ਫਿਰ ਮਾਲਕ ਨਾਲ ਮਿਲਾਉਣਾ ਹੈ। ਅਸੀਂ ਬਾਹਰੋਂ ਹਾਰ ਸ਼ਿੰਗਾਰ ਕਰਕੇ ਗੁਰਮੁਖ ਵਾਲਾ ਆ ਕੇ ਕਹੀਏ ਸਤਿਗੁਰੂ ਜੀ ਸਾਨੂੰ ਪਰਮੇਸ਼ਵਰ ਨਾਲ ਮਿਲਾਓ, ਤੇ ਮਹਾਰਾਜ ਕਹਿੰਦੇ ਐਵੇਂ ਨਹੀਂ ਮਿਲਾਇਆ ਜਾਣਾ। ਤੈਨੂੰ ਪਹਿਲਾਂ ਅੰਦਰੋਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣਾ ਪੈਣਾ ਹੈ। ਇਹ ਕੱਚੇ ਰੰਗਾਂ ਵਿੱਚੋਂ ਨਿਕਲ ਕੇ ਸੱਚੇ ਰੰਗ ਦੇ ਵਿੱਚ ਰੰਗਣਾ ਪੈਣਾ ਹੈ। ਸਭ ਕਹਿੰਦੇ ਉਸ ਪਿਆਰੇ ਨੂੰ ਇਸ ਤਰ੍ਹਾਂ ਇਹ ਨਾਰ ਇਸਤਰੀ ਭਾਉਂਦੀ ਹੈ ਜਿਹਦੇ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ ਤੇ ਜਿਹਨੇ ਆਪਣੇ ਅੰਦਰ ਨੂੰ ਸਵਾਰ ਲਿਆ ਹੈ। ਸਭੇ ਕੰਤ ਮਹਿਲੀਆ ਸਗਲੀਆਂ ਕਰਹਿ ਸ਼ਿੰਗਾਰ ਗਣਤ ਗਣਾਵਣ ਆਈਆ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਕੋਟਾ ਬਾਜ ਖੁਆਰ। ਧੰਨ ਗੁਰੂ ਨਾਨਕ ਸਾਹਿਬ ਜੀ ਪਹਿਲੇ ਪਦੇ ਵਿੱਚ ਸ਼ਬਦ ਦੀ ਆਰੰਭਤਾ ਵਿੱਚ ਕਿਰਪਾ ਕਰਦੇ। ਸਭੇ ਕੰਤ ਮਹੇਲੀਆਂ, ਕੰਤ ਇੱਕੋ ਹੀ ਹੈ, ਪਤੀ ਪਰਮੇਸ਼ਵਰ ਇੱਕੋ ਹੀ ਹੈ। ਇੱਕੋ ਹੀ ਪਤੀ ਇੱਕੋ ਹੀ ਕੰਤ ਪਰਮੇਸ਼ਵਰ ਦੀਆਂ ਸਾਰੀਆਂ ਇਸਤਰੀਆਂ ਨੇ। ਸਰੀਰ ਭਾਵੇਂ ਆਪਾਂ ਮੋਹਰ ਲਾਈ ਹੋਵੇ ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਇਹ ਸਿੱਖ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਇਹ ਸੰਨਿਆਸੀ ਹੈ, ਇਹ ਬ੍ਰਹਮਚਾਰੀ ਹੈ, ਇਹ ਸਿੱਧ ਹੈ, ਇਹ ਜੋਗੀ ਹੈ। ਅਸੀਂ ਭਾਵੇਂ ਬਾਹਰੋਂ ਮੋਹਰ ਸਰੀਰ ਉੱਤੇ ਵੱਖ-ਵੱਖ ਲਾ ਕੇ ਬੈਠੇ ਹੋਈਏ, ਪਰ ਅਸਲ ਵਿੱਚ ਜਿਹੜੀ ਅੰਦਰ ਜੀਵ ਇਸਤਰੀ ਹੈ ਨਾ, ਮਹਾਰਾਜ ਕਹਿੰਦੇ ਇਹ ਸਾਰੀਆਂ ਹੀ ਉਸ ਪਤੀ ਪਰਮੇਸ਼ਵਰ ਦੀਆਂ ਨੇ। ਇਹਨਾਂ ਸਾਰੀਆਂ ਜੀਵ ਇਸਤਰੀਆਂ ਦਾ ਪਰਮੇਸ਼ਵਰ ਇੱਕ ਹੈ ਤੇ ਸਾਰੇ ਹੀ ਆਪੋ ਆਪਣੇ ਵੱਲੋਂ ਸ਼ਿੰਗਾਰ ਜਿਹੜੀਆਂ ਨੇ ਉਹ ਕਰ ਰਹੀਆਂ ਨੇ। ਸਾਰੀਆਂ ਹੀ ਆਪਣੇ ਆਪਣੇ ਵੱਲੋਂ ਸ਼ਿੰਗਾਰ ਜਿਹੜਾ ਹੁਣ ਇਸਲਾਮ ਧਰਮ ਵਿੱਚ ਆਪਣੇ ਤਰੀਕੇ ਨਾਲ, ਸਨਾਤਨ ਧਰਮ 'ਚ ਆਪਣੇ ਤਰੀਕੇ ਨਾਲ, ਸਿੱਖ ਧਰਮ ਦੇ ਵਿੱਚ ਆਪਣੇ ਤਰੀਕੇ ਨਾਲ, ਬੋਧੀ ਜਨ ਆਪਣੇ ਤਰੀਕੇ ਨਾਲ, ਜੈਨ ਮੱਤ ਵਾਲੇ ਆਪਣੇ ਤਰੀਕੇ ਨਾਲ, ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਕਹਿੰਦੇ ਸ਼ਿੰਗਾਰ ਕਰਨ ਦੇ ਵਿੱਚ ਲੱਗਾ ਹੋਇਆ ਹੈ। ਪਰ ਦੇਖਣਾ ਤੇ ਇਹ ਵੀ ਉਸ ਮਾਲਕ ਦੇ ਘਰ 'ਚ ਪ੍ਰਵਾਨ ਕਿਹੜਾ ਹੁੰਦਾ ਹੈ। ਸਭ ਤੋਂ ਪਹਿਲੇ ਤੇ ਇਹ ਗੱਲ ਸਮਝਣੀ ਪੈਣੀ ਹੈ, ਕਿਉਂਕਿ ਅਸੀਂ ਅੰਦਰ ਧਰਮ ਦੇ ਨਾਮ ਤੇ ਵਰਣ ਦੇ ਨਾਮ ਤੇ ਬੜੀ ਨਫ਼ਰਤ ਪਾਲੀ ਵੀ ਹੈ ਤੇ ਪਾਲ ਕੇ ਰੱਖੀ ਵੀ ਹੋਈ ਹੈ। ਭਾਵੇਂ ਅਸੀਂ ਬਾਹਰੋਂ ਤਰੱਕੀਆਂ ਬਹੁਤ ਕਰ ਲਈਆਂ, ਪਰ ਅੱਜ ਵੀ ਅਸੀਂ ਵੇਖਦੇ ਹਾਂ ਧਰਮ ਵਰਣ ਦੇ ਨਾਮ ਤੇ ਕੀ ਕੁਛ ਹੁੰਦਾ ਹੈ ਔਰ ਕੀ ਕੁਛ ਹੋ ਰਿਹਾ ਹੈ। ਇਸ ਲਈ ਪਹਿਲੇ ਤੇ ਇੰਨੀ ਗੱਲ ਹੀ ਸਮਝ ਲਈਏ ਨਾ, ਤਾਂ ਸਾਡੇ ਮਨਾਂ ਵਿੱਚੋਂ ਦੀ ਇਹ ਨਫ਼ਰਤ, ਈਰਖਾ, ਇਹ ਵਿਤਕਰੇ ਇਹ ਖਤਮ ਹੋ ਜਾਣ। ਮਹਾਰਾਜ ਕਹਿੰਦੇ ਸਭੇ ਕੰਤ ਮਹੇਲੀਆਂ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਇਹ ਜੀਵ ਇਸਤਰੀਆਂ, ਇਹ ਸਾਰੀਆਂ ਕੰਤ ਦੀਆਂ ਨੇ, ਪਤੀ ਪਰਮੇਸ਼ਵਰ ਦੀਆਂ ਨੇ। ਭਾਵ ਰੱਬ ਇੱਕੋ ਹੀ ਹੈ। ਉਹਨੂੰ ਕਿਸੇ ਨਾਮ ਦੇ ਨਾਲ ਤੁਸੀਂ ਪੁਕਾਰ ਲਓ, ਜਿੰਨੇ ਨਾਮਾਂ ਨਾਲ ਪੁਕਾਰੋਗੇ, ਇਹਦਾ ਮਤਲਬ ਇਹ ਨਹੀਂ ਕਿ ਉਹ ਵੱਖ-ਵੱਖ ਰੂਪ ਵਿੱਚ ਹੈ, ਉਹ ਇੱਕੋ ਹੀ ਹੈ। ਤਾਂ ਹੀ ਤਾਂ ਸ਼ੁਰੂਆਤ ਇੱਕ ਓਅੰਕਾਰ ਤੋਂ ਕੀਤੀ ਹੈ ਵੀ ਅਸੀਂ ਇੱਕ ਓਅੰਕਾਰ ਦੇ ਨਾਲ ਜੁੜਨਾ ਹੈ, ਇੱਕ ਅਕਾਲ ਪੁਰਖ ਨੂੰ ਧਿਆਉਣਾ ਹੈ। ਤੇ ਗੁਰਬਾਣੀ ਵਿੱਚ ਸਾਨੂੰ ਸਾਰਿਆਂ ਨੂੰ ਧਰਮ ਵਰਨ ਜਾਤ ਪਾਤ ਇੱਕ ਪਾਸੇ ਰੱਖ ਕੇ ਹਰ ਇੱਕ ਨੂੰ ਸਾਂਝੇ ਤੌਰ ਤੇ ਗੁਰਬਾਣੀ ਨੇ ਸਮਝਾਇਆ ਕਿ ਤੁਸੀਂ ਐਵੇਂ ਵੰਡੀਆਂ ਪਾ ਕੇ ਵਿਤਕਰੇ ਮਨ ਵਿੱਚ ਬਣਾ ਕੇ
ਇਸ ਸੰਸਾਰ ਵਿੱਚ ਆਪਣਾ ਸਮਾਂ ਅਜਾਈ ਨਾ ਗਵਾਓ, ਉਸ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣ ਦਾ ਯਤਨ ਕਰੋ। ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਥੇ 6 ਗੁਰੂ ਸਾਹਿਬਾਨ ਬੈਠੇ ਆ, ਉੱਥੇ 15 ਦੇ 15 ਭਗਤ ਬੈਠੇ ਹੋਏ ਨੇ। ਕਿਉਂ ਬੈਠੇ ਨੇ? ਕਿਉਂਕਿ ਉਹ ਸਰੀਰ ਕਰਕੇ ਨਹੀਂ ਬਿਠਾਏ, ਉਹ ਤਾਂ ਬੈਠੇ ਨੇ ਕਿਉਂਕਿ ਉਹ ਸਾਰੇ ਹੀ ਇੱਕ ਪਰਮੇਸ਼ਵਰ ਵਿੱਚ ਲੀਨ ਹੋਣ ਵਾਲੀਆਂ ਜੀਵ ਇਸਤਰੀਆਂ ਨੇ, ਇੱਕੋ ਹੀ ਰੰਗ ਦੇ ਵਿੱਚ ਰੰਗਣ ਵਾਲੀਆਂ ਜੀਵ ਇਸਤਰੀਆਂ ਨੇ। ਭਾਵੇਂ ਉਹਨਾਂ ਦੇ ਨਾਮ 15 ਨੇ, ਭਾਵੇਂ ਗੁਰੂ ਸਾਹਿਬ ਦੇ ਨਾਮ 10 ਨੇ, ਪਰ ਅੰਦਰ ਜੋਤ ਤਾਂ ਇੱਕੋ ਹੀ ਹੈ। ਜੋਤ 오ਹਾ ਜੁਗਤ ਸਾਏ ਸੈ ਕਾਇਆ ਫੇਰ ਪਲਟੀ, ਕਾਇਆ ਹੀ ਪਲਟੀ ਹੈ ਨਾ। ਕਾਇਆ ਦੇ ਨਾਮ 10 ਹੋ ਸਕਦੇ ਆ, ਪਰ ਜਿਹੜਾ ਅਸਲ ਵਿੱਚ ਗੁਰੂ ਹੈ ਉਹ ਇੱਕੋ ਹੀ ਹੈ। ਅੰਦਰ ਜਿਹੜੀ ਵਿਚਾਰਧਾਰਾ, ਅੰਦਰ ਜਿਹੜੀ ਜੋਤ ਉਹ ਇੱਕੋ ਹੀ ਹੈ। ਇਸੇ ਤਰ੍ਹਾਂ 15 ਦੇ 15 ਭਗਤਾਂ ਦੇ ਨਾਮ 15 ਨੇ, ਪਰ ਅਸਲ ਵਿੱਚ ਉਹਨਾਂ ਦੀ ਵਿਚਾਰ ਇੱਕ ਹੈ। ਫਿਰ 11 ਭੱਟਾਂ ਦੇ ਸਵਈਏ ਜਿਹੜੇ ਆ ਉਹ ਵਿੱਚ ਲੀਨ ਕੀਤੇ ਆ। ਉੱਥੇ ਵੱਖ-ਵੱਖ ਨਹੀਂ, ਸਾਰਿਆਂ ਦਾ ਇੱਕੋ ਹੀ ਰੂਪ ਹੈ। ਭਾਵੇਂ ਗੁਰੂ ਕੇ ਸਿੱਖ ਬੈਠੇ ਆ, ਸਾਰਿਆਂ ਦਾ ਇੱਕੋ ਹੀ ਰੂਪ ਹੈ। ਧੰਨ ਗੁਰੂ ਗ੍ਰੰਥ ਸਾਹਿਬ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਵੰਡ ਸਕਦੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਬਿਲਡਿੰਗਾਂ ਵੰਡ ਸਕਦੇ ਹਾਂ। ਅਸੀਂ ਆਪਣੀ ਆਪਣੀ ਜਾਤ, ਆਪਣੀ ਆਪਣੀ ਬਰਾਦਰੀ ਦੀ ਮੋਹਰ ਲਾ ਕੇ ਬਿਲਡਿੰਗ ਨੂੰ ਵੰਡ ਸਕਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਵੇਂ ਵੰਡਾਂਗੇ? ਅਸੀਂ ਧਰਤੀ ਉੱਤੇ ਮੁਲਕ ਵੰਡ ਸਕਦੇ ਹਾਂ, ਪਰ ਆਸਮਾਨ ਤੇ ਸੂਰਜ ਨੂੰ ਕਿਵੇਂ ਵੰਡਾਂਗੇ? ਉਹ ਨਹੀਂ ਵੰਡਿਆ ਜਾਣਾ। ਇਸੇ ਤਰ੍ਹਾਂ ਗੁਰਬਾਣੀ ਨੂੰ ਵੰਡਿਆ ਨਹੀਂ ਜਾ ਸਕਦਾ। ਸ਼ਰਾਰਤੀ ਅਨਸਰ ਯਤਨ ਕਰਦੇ ਵੀ ਰਹੇ ਆ, ਕਰਦੇ ਵੀ ਨੇ ਕਿ ਕਿਸੇ ਤਰ੍ਹਾਂ ਗੁਰਬਾਣੀ ਵਿੱਚੋਂ ਇਹਨੂੰ ਭਗਤਾਂ ਦੀ ਬਾਣੀ ਨੂੰ ਅਲੱਗ ਕੀਤਾ ਜਾਏ, ਪਰ ਉਹ ਲੀਨ ਹੋ ਚੁੱਕੇ ਨੇ, ਉਹ ਸਮਾ ਚੁੱਕੇ ਨੇ। ਉਹਨਾਂ ਨੂੰ ਅਸੀਂ ਆਪਣੀ ਮਤ, ਸਿਆਣਪ, ਚਤੁਰਾਈ, ਚਲਾਕੀ ਨਾਲ ਅਲੱਗ ਨਹੀਂ ਕਰ ਸਕਦੇ। ਖੈਰ, ਗੁਰੂ ਸਾਹਿਬ ਜੀ ਕਹਿੰਦੇ ਸਭੇ ਕੰਤ ਮਹੇਲੀਆਂ, ਸਾਰੀਆਂ ਹੀ ਜੀਵ ਇਸਤਰੀਆਂ ਦਾ ਕੰਤ ਇੱਕੋ ਹੀ ਹੈ। ਸਗਲੀਆਂ ਕਰਹਿ ਸ਼ਿੰਗਾਰ, ਤੇ ਸਾਰੀਆਂ ਹੀ ਆਪਣੇ ਆਪਣੇ ਤਲ ਤੇ ਸ਼ਿੰਗਾਰ ਕਰ ਰਹੀਆਂ ਨੇ। ਗਣਤ ਗਣਾਵਣ ਆਈਆਂ, ਸੂਹਾ ਵੇਸ ਵਿਕਾਰ। ਮਹਾਰਾਜ ਕਹਿੰਦੇ ਸਾਰੀਆਂ ਹੀ ਸ਼ਿੰਗਾਰ ਕਰ ਰਹੀਆਂ ਨੇ, ਸ਼ਿੰਗਾਰ ਕਰਕੇ ਧਰਮ ਦੇ ਨਾਮ ਤੇ ਆ ਰਹੀਆਂ ਨੇ। ਪਰ ਜਿਹੜੀਆਂ ਗਣਤ ਗਣਾਵਣ ਆਈਆਂ, ਜਿਹੜੀਆਂ ਗਿਣਤੀਆਂ ਕਰਕੇ ਗਿਣਾਉਣ ਵਾਸਤੇ ਆਈਆਂ ਨੇ ਕਿ ਅਸੀਂ ਇੰਨਾ ਤੁਹਾਡੇ ਨਾਮ ਤੇ ਪਾਠ ਕੀਤਾ ਹੈ, ਜਿਹੜੇ ਗਿਣਤੀਆਂ ਗਣਾਉਣ ਵਾਸਤੇ ਆਏ ਨੇ ਕਿ ਮੈਂ ਇੰਨੇ ਦਿਨ ਤੁਹਾਡੇ ਦਰ ਤੇ ਸੇਵਾ ਕੀਤੀ ਹੈ, ਜਿਹੜੇ ਗਿਣਤੀਆਂ ਗਿਣ ਕੇ ਗੁਰੂ ਦੇ ਦਰ ਤੇ ਜੁੜਦੇ ਆ ਵੀ ਮੈਂ ਇੰਨੇ ਦਿਨ ਸੇਵਾ ਕਰਾਂ, ਇੰਨੇ ਦਿਨ ਪਾਠ ਕਰਾਂ, ਇੰਨੇ ਦਿਨ ਮੈਂ ਇੰਨੇ ਵਜੇ ਉੱਠਾਂ ਤੇ ਮੈਨੂੰ ਆਹ ਫਲ ਮਿਲਣਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਨਹੀਂ, ਇਹ ਸੁਹਾਗਣ ਵਾਲਾ ਗੁਣ ਨਹੀਂ। ਜਿਹੜਾ ਹਜੇ ਗਿਣਤੀ ਗਿਣਾਉਣ ਵਾਸਤੇ ਆ ਰਿਹਾ ਹੈ ਕਿ ਇਹ ਮੈਂ ਦਿੱਤਾ, ਇਹ ਮੈਂ ਦਿੱਤਾ, ਇਹ ਮੇਰਾ ਦਿੱਤਾ ਹੋਇਆ ਹੈ, ਇਹ ਮੇਰਾ ਦਿੱਤਾ ਹੋਇਆ ਹੈ। ਇੱਕ ਥਾਂ ਤੇ ਤਾਂ ਐਸੀ ਘਟਨਾ ਸੀ ਕਿ ਰੁਮਾਲਾ ਪੈ ਸਾਹਿਬ ਪਿੱਛੇ 2 ਪਰਿਵਾਰ ਲੜ ਪਏ, ਔਰ ਲੜੇ ਕਿਹਦੇ ਨਾਲ? ਭਾਈ ਸਾਹਿਬ ਦੇ ਨਾਲ। ਕਿਸ ਗੱਲ ਤੋਂ? ਕਹਿੰਦੇ ਜਿਹੜਾ ਅਸੀਂ ਦਿੱਤਾ ਸੀ ਉਹ ਪਹਿਲਾਂ ਕਿਉਂ ਨਹੀਂ ਲਾਇਆ? ਜਿਹੜਾ ਅਸੀਂ ਦਿੱਤਾ ਸੀ ਉਹ ਪਹਿਲਾਂ ਉਹ ਲਾਉਣਾ ਚਾਹੀਦਾ ਸੀ, ਦੂਜੇ ਦਾ ਕਿਉਂ ਲਾ ਦਿੱਤਾ? ਇਹਦੇ ਤੇ ਹੀ ਝਗੜਾ ਹੋ ਗਿਆ। ਅਸੀਂ ਸੁਹਾਗਣ ਕਿੱਥੋਂ ਬਣ ਜਾਾਂਗੇ? ਹਜੇ ਤੇ ਅਸੀਂ ਗਿਣਤੀਆਂ, ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਆ। ਸਾਹਿਬ ਜੀ ਕਹਿੰਦੇ ਗਣਤ ਗਣਾਵਣ ਆਈਆਂ, ਜਿਹੜੀਆਂ ਜੀਵ ਇਸਤਰੀਆਂ ਹਜੇ ਗਿਣਤੀਆਂ ਮਿਣਤੀਆਂ ਦੇ ਵਿੱਚ ਪਈਆਂ, ਹਜੇ ਗਿਣਤੀਆਂ ਮਿਣਤੀਆਂ ਹੀ ਕਰਨ ਆਈਆਂ ਨੇ, ਉਹਨਾਂ ਦਾ ਸੂਹਾ ਜਿਹੜਾ ਲਾਲ ਰੰਗ ਦਾ ਸ਼ਿੰਗਾਰ ਹੈ ਨਾ, ਸਾਹਿਬ ਕਹਿੰਦੇ ਵੇਸ ਵਿਕਾਰ। ਉਹਨਾਂ ਨੇ ਜਿਹੜਾ ਆਪਣਾ ਵੇਸ ਬਣਾਇਆ ਉਹ ਵਿਕਾਰ ਹੈ, ਵਿਕਾਰਾਂ ਨਾਲ ਭਰਿਆ ਹੈ। ਅੰਦਰ ਹਜੇ ਹਉਮੈ ਨਾਲ ਭਰਿਆ ਹੋਇਆ ਹੈ, ਹਜੇ ਅੰਦਰ ਹੰਕਾਰ ਦੇ ਨਾਲ ਭਰਿਆ ਹੋਇਆ ਹੈ। ਤੇ ਜਿਹੜਾ ਹੰਕਾਰ ਦੇ ਰੰਗ ਵਿੱਚ ਰੰਗਿਆ ਉਹ ਕੰਤ ਨੂੰ ਕਿਵੇਂ ਭਾ ਜਾਏਗਾ?
ਉਹ ਮੇਰੇ ਪਿਆਰੇ ਨੂੰ ਕਿਵੇਂ ਪਾ ਜਾਏਗਾ? ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ, ਲਬ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹ ਜੀਵ ਇਸਤਰੀ ਮੇਰੇ ਮਾਲਕ ਦੀ ਸੇਜਾ ਤੇ ਕਿਵੇਂ ਉਹਦੇ ਕਹਿੰਦੇ ਨੇ ਹਿਰਦੇ ਵਿੱਚ ਵਸੇਗੀ ਜੀਵ ਇਸਤਰੀ, ਜਾਂ ਉਹਦੇ ਚਰਨਾਂ ਵਿੱਚ ਕਿਵੇਂ ਲੀਨ ਹੋਏਗੀ? ਹਜੇ ਤੇ ਰੰਗ ਅਸੀਂ ਹੋਰ ਚੜਾਏ ਹੋਏ ਨੇ। ਜਿਹੜਾ ਰੰਗ ਮੇਰੇ ਮਾਲਕ ਨੂੰ ਭਾਉਂਦਾ ਹੈ ਉਹ ਰੰਗ ਚੜਾਈਏ। ਉਹ ਰੰਗ ਕਿਹੜਾ ਸੀ? ਉਹ ਸੀ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਉਹ ਸੁਹਾਗਣ ਵਾਲਾ ਰੰਗ ਕਿਹੜਾ ਸੀ? ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਤਰਸ ਪਿਆ ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਆ ਸੀ ਸੁਹਾਗਣ ਵਾਲਾ ਸ਼ਿੰਗਾਰ, ਪਰ ਹਜੇ ਤਾਂ ਗਣਤ ਗਿਣਾਵਣ ਆਈਆਂ ਵੀ ਇੰਨੇ ਦਿਨ ਮੈਂ ਪਾਠ ਕੀਤਾ, ਇੰਨੀ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਇੰਨਾ ਮੈਂ ਦਾਨ ਪੁੰਨ ਕੀਤਾ, ਇੰਨੀਆਂ ਭੇਟਾਵਾਂ ਚੜਾਈਆਂ, ਹਜੇ ਤਾਂ ਗਣਤ ਗਿਣਾਵਣ ਆਈਆਂ। ਸਾਹਿਬ ਜੀ ਕਹਿੰਦੇ ਜਿਹੜਾ ਗਣਤ ਗਿਣਾਵਣ ਵਾਲੀ ਖੇਡ ਹੈ ਨਾ, ਇਹ ਜਿਹੜਾ ਸ਼ਿੰਗਾਰ ਤੁਸੀਂ ਕੀਤਾ ਹੋਇਆ ਹੈ ਇਹ ਵਿਕਾਰ ਨਾਲ ਭਰਿਆ ਹੈ, ਪਰ ਅੰਦਰੋਂ ਹਉਮੈ ਨਾਲ ਭਰਿਆ ਹੈ। ਤੇ ਜਿੱਥੇ ਹੰਕਾਰ ਹੋਏਗਾ ਤੇ ਜੇ ਉਸ ਹੰਕਾਰ ਨੂੰ ਚੋਟ ਲੱਗੇਗੀ ਤਾਂ ਕ੍ਰੋਧ ਵੀ ਆਏਗਾ। ਤੇ ਜਿਹੜੀਆਂ ਸੁਹਾਗਣ ਹੁੰਦੀਆਂ ਨੇ ਉਹ ਕ੍ਰੋਧ ਨਾਲ ਨਹੀਂ ਭਰੀਆਂ ਹੁੰਦੀਆਂ, ਉਹ ਹੰਕਾਰ ਦੇ ਵਿਕਾਰ ਨਾਲ ਨਹੀਂ ਭਰੀਆਂ ਹੁੰਦੀਆਂ, ਉਹ ਤੇ ਨਿਮਰਤਾ ਤੇ ਪਿਆਰ ਦੀ ਮੂਰਤ ਹੁੰਦੀਆਂ ਨੇ। ਉਹਨਾਂ ਵਿੱਚ ਨਿਮਰਤਾ ਹੁੰਦੀ ਹੈ, ਨਿਵਣ ਵਾਲਾ ਗੁਣ ਉਹਨਾਂ ਵਿੱਚ ਹੁੰਦਾ ਹੈ, ਨਿਮਰਤਾ ਵਾਲਾ ਪਿਆਰ ਵਾਲਾ ਗੁਣ ਉਹਨਾਂ ਦੇ ਵਿੱਚ ਹੁੰਦਾ ਹੈ। ਉਹ ਹੰਕਾਰ ਵਾਲਾ ਵਿਕਾਰ ਨਹੀਂ ਉਹਨਾਂ ਦੇ ਵਿੱਚ ਹੁੰਦਾ। ਇਸ ਲਈ ਸਾਰੀਆਂ ਹੀ ਸਗਲੀਆਂ ਕਰੈ ਸ਼ਿੰਗਾਰ, ਸ਼ਿੰਗਾਰ ਸਾਰਿਆਂ ਨੇ ਕੀਤਾ ਆਪਣੇ ਆਪਣੇ ਤਲ ਤੇ, ਪਰ ਜਿਹੜੀਆਂ ਉਹਨਾਂ ਦੇ ਵਿੱਚੋਂ ਸਾਰਿਆਂ ਵਿੱਚੋਂ ਜਿਹੜੀਆਂ ਗਣਤ ਗਿਣਾਵਣ ਆਈਆਂ, ਜਿਹੜੀਆਂ ਮਾਲਕ ਦੇ ਚਰਨਾਂ ਦੇ ਵਿੱਚ ਗਿਣਤੀ ਮਿਣਤੀਆਂ ਲੈ ਕੇ ਆਈਆਂ ਨੇ, ਜਿਹੜੀਆਂ ਆਪਣਾ ਆਪਾ ਜਤਾਉਣ ਵਾਸਤੇ ਆਈਆਂ ਨੇ ਕਿ ਅਸੀਂ ਇੰਨਾ ਕੁਝ ਕੀਤਾ ਹੈ, ਅਸੀਂ ਇੰਨਾ ਕੁਝ ਕੀਤਾ ਹੈ, ਤੇ ਜਿੰਨਾ ਚਿਰ ਇਹ ਮੈਂ ਇਹ ਅੰਦਰ ਨਹੀਂ ਨਿਕਲਣੀ ਨਾ, ਉਹਨਾਂ ਚਿਰ ਸੁਹਾਗਣ ਵਾਲਾ ਗੁਣ ਨਹੀਂ। ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਇਹ ਮੈਂ ਅੰਦਰੋਂ ਨਹੀਂ ਨਿਕਲਣੀ, ਕਿਉਂਕਿ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਕਹਿੰਦੇ ਜਦੋਂ ਤੱਕ ਦੁਹਾਗਣ ਸੀ ਮਾਲਕਾ ਤੇਰੇ ਨਾਲ ਮੇਲ ਨਹੀਂ ਹੋਇਆ, ਹੁਣ ਜਦੋਂ ਮੈਂ ਸੁਹਾਗਣ ਬਣ ਗਈਆਂ ਹੁਣ ਤੇਰੇ ਨਾਲ ਮੇਲ ਹੋ ਗਿਆ, ਹੁਣ ਮੈਂ ਅੰਦਰੋਂ ਖਤਮ ਹੋ ਗਈ। ਇਸ ਲਈ ਸਾਹਿਬ ਜੀ ਕਹਿੰਦੇ ਆ ਵੀ ਆਹ ਜਿਹੜਾ ਸੂਹਾ ਵੇਸ ਇਹਨੇ ਬਾਹਰੋਂ ਬਣਾਇਆ ਹੋਇਆ ਨਾ, ਜਿਹੜਾ ਮਾਇਆ ਦਾ ਬਾਹਰੋਂ ਲਾਲ ਰੰਗ ਇਹਨੇ ਆਪਣੇ ਚੜਾਇਆ, ਸੂਹਾ ਰੰਗ ਚੜਾਇਆ, ਇਹ ਤੇ ਕਸੁੰਬਾ ਹੈ, ਕੱਚਾ ਹੈ, ਇਹ ਦਿਖਾਵੇ ਦਾ ਹੈ। ਇਹ ਤੇ ਦਿਖਾਵਾ ਕਰਨ ਵਾਸਤੇ ਕਿ ਮੈਂ ਇੰਨੀ ਭੇਟਾ ਦਿੱਤੀ ਆ, ਇੰਨਾ ਕੁਝ ਸਮਰਪਣ ਕੀਤਾ ਹੈ, ਇੰਨਾ ਪਾਠ ਕੀਤਾ ਹੈ, ਇੰਨਾ ਸਿਮਰਨ ਕੀਤਾ ਹੈ, ਇੰਨੀ ਸੇਵਾ ਕੀਤੀ ਹੈ। ਇਹ ਤੇ ਕਸੁੰਬਾ ਰੰਗ ਹੈ, ਇਹ ਤੇ ਥੋੜੇ ਸਮੇਂ ਬਾਅਦ ਉਤਰ ਜਾਣਾ, ਥੋੜੇ ਟਾਈਮ ਬਾਅਦ ਇਹ ਨਜ਼ਰ ਹੀ ਕੋਈ ਨਹੀਂ ਆਉਣਾ, ਕਿਉਂਕਿ ਅੰਦਰ ਵਿਕਾਰ ਭਰਿਆ ਸੀ। ਪਾਖੰਡ ਪ੍ਰੇਮ ਨਾ ਪਾਈਐ, ਮਹਾਰਾਜ ਕਹਿੰਦੇ ਆ ਪਖੰਡ ਕਰਕੇ ਪ੍ਰੇਮ ਨਾ ਪਾਈਐ, ਉਸ ਮਾਲਕ ਦਾ ਪਿਆਰ ਨਹੀਂ ਪਾਇਆ ਜਾ ਸਕਦਾ। ਦਿਖਾਵਾ ਕਰਕੇ ਮਾਲਕ ਦਾ ਪਿਆਰ ਨਹੀਂ ਪਾਇਆ। ਕਈ ਆਪਣੇ ਆਪ ਨੂੰ ਦਿਖਾਉਂਦੇ ਆ ਵੀ ਮੈਂ ਬਹੁਤ ਗੁਰਮੁਖ ਹਾਂ, ਮੇਰੇ ਤੋਂ ਵੱਡਾ ਗੁਰਮੁਖ ਹੋ ਹੀ ਕੋਈ ਨਹੀਂ ਸਕਦਾ, ਪਰ ਉਹ ਦਿਖਾਵਾ ਹੀ ਹੈ ਬਾਹਰ ਦਾ, ਅੰਦਰ ਪਤਾ ਨਹੀਂ ਕੀ ਕੁਛ ਭਰਿਆ ਹੁੰਦਾ ਉਹਨਾਂ ਦੇ ਅੰਦਰ, ਪਤਾ ਨਹੀਂ ਉਹਨਾਂ ਦੀ ਅੰਦਰ ਕਿਹੜੇ ਕਿਹੜੇ ਰੰਗਾਂ ਵਿੱਚ ਰੰਗੇ ਹੁੰਦੇ ਆ। ਤੇ ਮਹਾਰਾਜ ਕਹਿੰਦੇ ਇਹ ਪਖੰਡ ਕਰਕੇ ਪ੍ਰੇਮ ਨਾ ਪਾਈਏ, ਤੁਸੀਂ ਮਾਲਕ ਦਾ ਪਿਆਰ ਨਹੀਂ ਪਾ ਸਕਦੇ। ਇਦਾਂ ਨਹੀਂ ਉਸ ਮਾਲਕ ਦਾ ਪ੍ਰੇਮ ਤੁਹਾਨੂੰ ਮਿਲਣਾ। ਖੋਟਾ ਪਾਜ ਖੁਆਰ, ਤੁਸੀਂ ਬਾਹਰੋਂ ਖਰੇ ਹੋ ਤੇ ਅੰਦਰੋਂ ਖੋਟੇ ਹੋ। ਬਾਹਰੋਂ ਖਰੇ ਬਣ ਕੇ ਅਸੀਂ ਦਿਖਾ ਰਹੇ ਹਾਂ ਕਿ ਸਾਡੇ ਵਰਗਾ ਖਰਾ ਕੋਈ ਨਹੀਂ। ਮਹਾਰਾਜ ਨੇ ਸੱਜਣ ਨੂੰ ਕੀ ਕਿਹਾ ਸੀ? ਸੱਜਣਾ
ਤੂੰ ਬਾਹਰੋਂ ਤਾਂ ਖਰਾ ਹੈ ਪਰ ਅੰਦਰੋਂ ਤੂੰ ਖੋਟਾ ਹੈ। ਤੂੰ ਬਾਹਰੋਂ ਤਾਂ ਸੁਹਾਗਣ ਵਾਲਾ ਗੁਣ ਬਣਾ ਕੇ ਬੈਠਾ ਹੈ ਪਰ ਅੰਦਰੋਂ ਦੁਹਾਗਣ ਹੈ। ਤੂੰ ਬਾਹਰੋਂ ਤਾਂ ਸੁਚੱਜਾ ਜੀਵਨ ਬਣਾ ਕੇ ਬੈਠਾ ਹੈ ਪਰ ਅੰਦਰੋਂ ਕੁਚੱਜਾ ਹੈ ਤੂੰ। ਤੇਰੀ ਹਾਲਤ ਉਸ ਕਹਿਣ ਦੇ ਭਾਂਡੇ ਦੀ ਤਰ੍ਹਾਂ ਹੈ, ਬਾਹਰੋਂ ਚਮਕਦਾ ਬਹੁਤ ਹੈ ਪਰ ਅੰਦਰ ਕਾਲਖ ਨਾਲ ਭਰਿਆ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ। ਸਾਹਿਬ ਕਹਿੰਦੇ ਪਾਖੰਡ ਪ੍ਰੇਮ ਨਾ ਪਾਈਐ। ਦਿਖਾਵੇ ਵਾਲੇ ਦਿਖਾਵਾ ਕਰਕੇ ਉਸ ਮਾਲਕ ਦਾ ਪਿਆਰ ਨਹੀਂ ਇਦਾਂ ਮਿਲਣਾ। ਖੋਟਾ ਪਾਜ ਖੁਆਰ, ਆ ਜਿਹੜਾ ਖੋਟਾ ਪਨ ਹੈ ਨਾ ਤੇਰੇ ਅੰਦਰ, ਇਹ ਜਦੋਂ ਕਹਿੰਦੇ ਨੇ ਇਹਦਾ ਪਰਦਾ ਉੱਠੇਗਾ ਫਿਰ ਪਤਾ ਲੱਗੇਗਾ ਅੰਦਰ ਕਿੰਨੀ ਖੁਆਰੀ ਹੈ ਤੇਰੇ, ਕਿੰਨੀ ਭਟਕਣਾ ਹੈ ਤੇਰੇ। ਇਹ ਖੋਟੇ ਪਨ ਨੇ ਹੀ ਤੈਨੂੰ ਖੁਆਰ ਕਰਨਾ ਹੈ, ਇਹ ਖੋਟੇ ਪਨ ਨੇ ਹੀ ਤੈਨੂੰ ਖੁਆਰ ਕਰਨਾ ਹੈ। ਧਿਆਨ ਰੱਖਿਓ, ਅਸੀਂ ਪਰਮੇਸ਼ਵਰ ਨੂੰ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਹੀ ਹਾਂ, ਪਰ ਜਦੋਂ ਜਿਵੇਂ ਗੁਰੂ ਸਾਹਿਬ ਨੂੰ ਕਹਿੰਦੇ ਹਾਂ ਅਸੀਂ ਤੁਹਾਡੇ ਹੀ ਹਾਂ, ਫਿਰ ਅਸੀਂ ਮੜੀਆਂ ਮਸਾਣਾ ਤੇ ਕੀ ਕਰਨ ਜਾਂਦੇ ਹਾਂ? ਇਹ ਦੁਹਾਗਣ ਵਾਲਾ ਹੀ ਗੁਣ ਹੈ। ਇਹ ਕੁਚੱਜੀ ਹੈ ਜਿਹੜੀ ਇੱਥੇ ਆ ਕੇ ਕਹਿੰਦੀ ਆ ਮੈਂ ਸੁਚੱਜੀ ਹਾਂ, ਪਰ ਮੁੜ ਕੇ ਮੜੀਆਂ ਤੇ ਮਸਾਣਾ ਵਿੱਚ, ਧਾਗੇ ਤੇ ਤਵੀਤਾਂ ਵਿੱਚ, ਵਹਿਮਾਂ ਤੇ ਭਰਮ ਤੇ ਕਰਮ ਕਾਂਡ ਦੇ ਵਿੱਚ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਖੋਟਾਪਨ ਹੈ ਨਾ ਤੇਰੇ ਅੰਦਰ ਦਾ, ਇਹੀ ਤੈਨੂੰ ਖੁਆਰ ਕਰ ਰਿਹਾ ਹੈ, ਇਹੀ ਤੈਨੂੰ ਦੁਖੀ ਕਰ ਰਿਹਾ ਹੈ, ਇਹੀ ਤੈਨੂੰ ਪਰੇਸ਼ਾਨ ਕਰ ਰਿਹਾ ਹੈ। ਤੂੰ ਪਖੰਡ ਨਾ ਕਰ, ਤੂੰ ਧਰਮ ਨੂੰ ਬਾਹਰੋਂ ਕਮਾ ਕੇ ਨਾ ਦਿਖਾ ਵੀ ਮੈਂ ਬਹੁਤ ਵੱਡਾ ਧਰਮੀ ਹਾਂ, ਮੈਂ ਬਹੁਤ ਵੱਡੀ ਸੁਹਾਗਣ ਹਾਂ, ਮੈਂ ਪਰਮੇਸ਼ਵਰ ਨਾਲ ਜੁੜੀ ਹੋਈ ਹਾਂ। ਤੂੰ ਅੰਦਰ ਕਿਹਦੇ ਨਾਲ ਜੁੜੀ ਆ ਉਹ ਦੱਸ। ਅੰਦਰ ਕੀ ਹੈ ਤੇਰੇ? ਅੰਦਰ ਦੀ ਹਾਲਤ ਤੇ ਹੈ ਵੀ ਜਿਵੇਂ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ। ਗੱਲਾਂ ਵਿੱਚ ਤੇ ਅਸੀਂ ਬਹੁਤ ਚੰਗੇ ਹਾਂ, ਗੱਲਾਂ ਦੇ ਵਿੱਚ ਤੇ ਅਸੀਂ ਸੁਹਾਗਣ ਦੇ ਵਿੱਚ ਸਭ ਤੋਂ ਅੱਗੇ ਹਾਂ, ਪਰ ਜਦੋਂ ਆਚਰਣ ਵੇਖਿਆ ਤੇ ਉਹ ਬੁਰਾਈਆਂ ਨਾਲ ਭਰਿਆ ਪਿਆ। ਆਚਰਣ ਵੇਖਿਆ ਤੇ ਅੰਦਰ ਗੰਦਗੀ ਨਾਲ, ਵਿਕਾਰਾਂ ਨਾਲ ਭਰਿਆ ਪਿਆ। ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁਦਾਂ ਕਾਲੀਆਂ ਬਾਹਰ ਚਿੱਟਵੀਆਂ। ਬਾਹਰੋਂ ਦੁੱਧ ਵਾਂਗੂ ਧੋਤੇ ਹੋਏ ਚਿੱਟੇ ਅਸੀਂ ਆ, ਪਰ ਅੰਦਰ ਉਨੀ ਕਾਲਖ ਭਰੀ ਪਈ ਹੈ। ਮਹਾਰਾਜ ਕਹਿੰਦੇ ਕਿਹਨੂੰ ਧੋਖਾ ਦੇ ਰਹੇ ਹੋ ਤੁਸੀਂ? ਪਾਖੰਡ ਪ੍ਰੇਮ ਨਾ ਪਾਈਐ। ਦੁਨੀਆ ਦੀ ਵਾਵਾ ਮਿਲ ਜਾਏਗੀ ਪਰ ਇਹ ਪਖੰਡ ਕਰਕੇ ਮਾਲਕ ਦਾ ਪਿਆਰ ਨਹੀਂ ਮਿਲਣਾ। ਇਹ ਜਿਹੜਾ ਖੋਟਾਪਨ ਹੈ ਨਾ, ਇਹੀ ਤੁਹਾਨੂੰ ਖੁਆਰ ਕਰ ਰਿਹਾ ਹੈ, ਇਹੀ ਤੁਹਾਨੂੰ ਦੁਖੀ ਕਰ ਰਿਹਾ ਹੈ। ਇਸ ਲਈ ਸਾਹਿਬ ਕਹਿੰਦੇ ਸਾਰੀਆਂ ਜੀਵ ਇਸਤਰੀਆਂ ਸ਼ਿੰਗਾਰ ਕਰਨ ਵਿੱਚ ਲੱਗੀਆਂ ਹੋਈਆਂ ਨੇ, ਪਰ ਜਿਹੜੀਆਂ ਗਿਣਤੀ ਮਿਣਤੀ ਵਿੱਚ ਪਈਆਂ ਹੋਈਆਂ, ਜਿਹੜਾ ਆਪਣੇ ਸ਼ਿੰਗਾਰ ਦਾ ਦਾਅਵਾ ਕਰਦੀਆਂ ਨੇ, ਵਿਖਾਵਾ ਕਰਦੀਆਂ ਨੇ ਕਿ ਅਸੀਂ ਇੰਨੀ ਵੱਡੀ ਗੁਣਾਂ ਵਾਲੀਆਂ ਹਾਂ, ਅਸੀਂ ਗੁਰਮੁਖ ਹਾਂ, ਅਸੀਂ ਭਗਤ ਹਾਂ, ਅਸੀਂ ਸੇਵਕ ਹਾਂ। ਮਹਾਰਾਜ ਜੀ ਕਹਿੰਦੇ ਇਹ ਪਾਖੰਡ ਦੁਨੀਆ ਅੱਗੇ ਹੋ ਸਕਦਾ ਪਰ ਉਸ ਮਾਲਕ ਦੇ ਅੱਗੇ ਨਹੀਂ ਚੱਲ ਸਕਦਾ। ਇਸ ਵਾਸਤੇ ਇਹ ਤੁਹਾਡਾ ਪਖੰਡ ਹੀ ਤੁਹਾਨੂੰ ਖੁਆਰ ਕਰਦਾ ਹੈ। ਗੁਰ ਸ਼ਬਦੀ ਸ਼ਿੰਗਾਰੀਆ, ਤਨ ਮਨ ਪਿਰ ਕੈ ਪਾਸ, ਦੋਏ ਕਰ ਜੋੜ ਖੜੀ ਤਕੈ, ਸੱਚ ਕਹਿ ਅਰਦਾਸ, ਲਾਲ ਰਤੀ ਸੱਚ ਪੈ ਵਸੀ, ਪਾਏ ਰਤੀ ਰੰਗ ਰਾਸ। ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਗੁਰ ਸ਼ਬਦੀ ਸ਼ਿੰਗਾਰੀਆਂ, ਗੁਰੂ ਨੇ ਜਿਨ੍ਹਾਂ ਨੂੰ ਸ਼ਬਦ ਨਾਲ ਜੋੜ ਕੇ ਅੰਦਰੋਂ ਸ਼ਿੰਗਾਰ ਦਿੱਤਾ ਹੈ। ਤਨ ਮਨ ਪਿਰ ਕੈ ਪਾਸ, ਉਹ ਤਨ ਕਰਕੇ ਵੀ ਤੇ ਮਨ ਕਰਕੇ ਵੀ ਪਿਰ ਦੇ ਕੋਲ ਹੁੰਦੀਆਂ ਨੇ। ਇਹ ਨਹੀਂ ਕਿ ਤਨ ਕਿਤੇ ਤੇ ਮਨ ਕਿਤੇ। ਜਿਹੜੀ ਦੁਹਾਗਣ ਹੁੰਦੀ ਆ ਉਹਦਾ ਮਨ ਕਿਤੇ ਹੋਰ ਹੁੰਦਾ, ਤਨ ਕਿਤੇ ਹੋਰ ਹੁੰਦਾ। ਪਰ ਜਿਹਦੇ ਅੰਦਰ ਸੁਹਾਗਣ ਵਾਲਾ ਗੁਣ ਆ ਗਿਆ, ਜਿਹੜੀਆਂ ਸ਼ਿੰਗਾਰੀਆਂ ਗਈਆਂ ਵਾਕਈ ਸੱਚ ਨਾਮ ਦੇ ਰੰਗ ਵਿੱਚ, ਉਹ ਤਨ ਔਰ ਮਨ ਕਰਕੇ ਪਿਆਰੇ ਦੇ ਚਰਨਾਂ ਕੋਲ ਹੁੰਦੀਆਂ ਨੇ। ਉਹਨਾਂ ਕੋਲ ਦਿਖਾਵਾ ਨਹੀਂ ਹੁੰਦਾ, ਉਹਨਾਂ ਕੋਲ ਪਖੰਡ ਨਹੀਂ ਹੁੰਦਾ, ਉਹਨਾਂ ਕੋਲ ਆਪਣਾ ਆਪਾ
ਜਤਾ ਨਹੀਂ ਹੁੰਦਾ, ਉਹ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦੀਆਂ। ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਵਿੱਚ ਸ਼ਿੰਗਾਰਿਆ ਹੈ, ਕਿਉਂਕਿ ਸ਼ਬਦ ਵਿੱਚ ਉਹ ਰੰਗ ਹੈ, ਮਜੀਠਾ ਰੰਗ ਜਿਹੜਾ ਸਾਨੂੰ ਚੜ੍ਹਨਾ ਹੈ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰ ਤੁਠੈ ਹਰ ਰੰਗ ਚਾੜਿਆ। ਸਾਹਿਬ ਕਹਿੰਦੇ ਗੁਰੂ ਨੇ ਤਰੁੱਠ ਕੇ ਇਹ ਰੰਗ ਚਾੜਨਾ, ਤੇ ਜਿਹਦੇ ਅੰਦਰ ਚਾੜ ਦਿੱਤਾ ਉਹ ਦੁਬਾਰਾ ਭੰਗ ਨਹੀਂ ਜੇ ਹੁੰਦਾ, ਉਹ ਨਾਸ਼ ਨਹੀਂ ਹੁੰਦਾ। ਜਿਹੜੀਆਂ ਸੁਹਾਗਣ ਹੁੰਦੀਆਂ ਨੇ ਨਾ, ਉਹ ਦੁੱਖ ਹੋਵੇ, ਸੁੱਖ ਹੋਵੇ, ਖੁਸ਼ੀ ਹੋਵੇ, ਗਮ ਹੋਵੇ, ਉਹ ਆਪਣੇ ਪਿਆਰੇ ਦੇ ਚਰਨਾਂ ਵਿੱਚ ਜੁੜੀਆਂ ਰਹਿੰਦੀਆਂ ਨੇ। ਗੱਲ ਫਿਰ ਬੇਨਤੀ ਕਰਾਂ, ਸਰੀਰ ਦੀ ਨਹੀਂ, ਗੱਲ ਇੱਥੇ ਜੀਵ ਇਸਤਰੀ ਦੀ ਹੈ, ਜੀਵ ਆਤਮਾ ਦੀ ਚੱਲ ਰਹੀ ਹੈ। ਕਿਉਂਕਿ ਬਾਹਰ ਅਸੀਂ ਵੇਖਾਂਗੇ ਸਰੀਰ ਕਰਕੇ, ਤੇ ਬਾਹਰ ਤਾਂ ਫਿਰ ਜਿੱਦਾਂ ਦਾ ਸਾਡੀ ਧੀ ਭੈਣ ਦੇਖੋ ਪੇਕੇ ਘਰ ਰਹਿੰਦੀ ਹੈ, ਕਿੰਨੇ ਖਿਆਲ, ਕਿੰਨੇ ਅਰਮਾਨ ਹੁੰਦੇ ਨੇ ਉਹਦੇ, ਕਿ ਮੈਂ ਕਿੰਨੇ ਲਾਡਾਂ ਪਿਆਰ ਦੇ ਨਾਲ, ਚਾਵਾਂ ਨਾਲ ਆਪਣੇ ਪੇਕੇ ਘਰ ਵਿੱਚ ਰਹੀਆਂ, ਤੇ ਮੈਨੂੰ ਅੱਗੋਂ ਸਹੁਰਾ ਘਰ ਵੀ ਉੱਦਾਂ ਦਾ ਹੀ ਮਿਲੇ। ਮੇਰਾ ਪਤੀ ਵੀ ਜਿਹੜਾ ਮੇਰੇ ਦੁੱਖ ਸੁੱਖ ਵਿੱਚ ਮੇਰਾ ਸਾਥ ਦੇਵੇ। ਪਰ ਬਹੁਤ ਐਸੀਆਂ ਸਾਡੀਆਂ ਧੀਆਂ ਭੈਣਾਂ ਨੇ ਜਿਨ੍ਹਾਂ ਦੇ ਅਰਮਾਨ ਮਨ ਵਿੱਚ ਦੱਬ ਕੇ ਹੀ ਰਹਿ ਜਾਂਦੇ ਨੇ, ਜਿਹੜੀਆਂ ਬੜੇ ਖੁਸ਼ੀ ਖੁਸ਼ੀ ਆਪਣੇ ਬਾਬਲ ਦੇ ਵਿਹੜੇ ਵਿੱਚੋਂ ਦੀ ਡੋਲੀ ਵਿੱਚ ਬੈਠ ਕੇ ਜਾਂਦੀਆਂ ਤਾਂ ਜ਼ਰੂਰ ਨੇ, ਪਰ ਅੱਗੋਂ ਕੰਤ ਉਹਨਾਂ ਨੂੰ ਉਦਾਂ ਦਾ ਮਿਲ ਜਾਂਦਾ ਹੈ, ਸਾਰੀ ਉਮਰ ਦਾ ਰੋਣਾ ਪੱਲੇ ਪੈ ਜਾਂਦਾ ਹੈ। ਸਾਰੀ ਉਮਰ ਰੋਣਾ ਉਹਨਾਂ ਦੇ ਪੱਲੇ। ਜਿੰਨੇ ਅਰਮਾਨ ਲੈ ਕੇ ਚੱਲੀਆਂ ਸਨ ਉਹ ਸਾਰੇ ਜਾਂਦੀਆਂ ਪਾਣੀ ਫਿਰ ਜਾਂਦਾ ਹੈ। ਉਹ ਸਾਰੀਆਂ ਖੁਸ਼ੀਆਂ ਉਹਨਾਂ ਦੀਆਂ ਅੰਦਰ ਹੀ ਦੱਬ ਕੇ ਰਹਿ ਜਾਂਦੀਆਂ, ਕਿਉਂਕਿ ਬਾਹਰੋਂ ਕੰਤ ਇਦਾਂ ਦਾ ਮਿਲ ਗਿਆ। ਕਿਉਂਕਿ ਜਿੱਦਾਂ ਦਾ ਦੱਸਿਆ ਸੀ ਉਦਾਂ ਦਾ ਨਿਕਲਿਆ ਕੋਈ ਨਹੀਂ। ਜਿਹੜੇ ਵਿਚੋਲਾ ਸੀ ਨਾ, ਇਹ ਓਲੇ ਬੜੇ ਰੱਖਦੇ ਨੇ। ਦੱਸਿਆ ਬਹੁਤ ਕੁਝ ਸੀ, ਨਿਕਲਿਆ ਕੁਛ ਵੀ ਨਹੀਂ। ਪਰ ਆਹ ਜਿਹੜਾ ਗੁਰੂ ਹੈ ਨਾ, ਓਲਾ ਨਹੀਂ ਰੱਖਦਾ, ਇਹ ਦੱਸ ਦਿੰਦਾ ਕੰਤ ਕਿੱਦਾਂ ਦਾ ਹੈ। ਇਹ ਕੰਤ ਵਿੱਚ ਕੋਈ ਕਮੀ ਨਹੀਂ ਹੈ, ਕੋਈ ਖੋਟ ਨਹੀਂ ਹੈ, ਜੋ ਹੈ ਜੀਵ ਇਸਤਰੀ ਵਿੱਚ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਆ ਮੈਂ ਤੇਰੇ ਅੰਦਰ ਦੀ ਖੋਟ ਕੱਢ ਕੇ ਤੈਨੂੰ ਅੰਦਰੋਂ ਖਰਾ ਕਰਕੇ ਕੰਤ ਨਾਲ ਮਿਲਾ ਦਿਆਂ। ਇੱਥੇ ਤੇਰੇ ਅਰਮਾਨ ਦੱਬਣਗੇ ਨਹੀਂ, ਤੇਰੇ ਮਨ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗ ਜਾਏਗਾ, ਤੇਰੀਆਂ ਖੁਸ਼ੀਆਂ ਦੁੱਗਣੀਆਂ ਚੌਗਣੀਆਂ ਹੋ ਜਾਣਗੀਆਂ ਜੇ ਤੂੰ ਇਸ ਕੰਤ ਨੂੰ ਕਿਤੇ ਮਿਲ ਲਵੇਂ। ਇਸ ਕੰਤ ਨੂੰ ਮਿਲ, ਪਰਮੇਸ਼ਵਰ ਰੂਪੀ ਕੰਤ ਨੂੰ ਮਿਲਣ ਲਈ ਸ਼ਿੰਗਾਰ ਤੂੰ ਕਰ ਲਵੇਂ, ਤਾਂ ਉੱਥੇ ਮਹਾਰਾਜ ਕਹਿੰਦੇ ਦੁੱਖ ਹੋਵੇ ਸੁੱਖ ਹੋਵੇ, ਤੂੰ ਪਰਮੇਸ਼ਵਰ ਦੇ ਰੰਗ ਵਿੱਚ ਰੰਗਣਾ ਹੈ। ਅਸੀਂ ਦੇਖੋ ਆ ਪੁਰਬ ਆਏ, ਦਿਨ ਆਏ, ਤਿਉਹਾਰ ਆਏ, ਤੇ ਕਈ ਉਸ ਵੇਲੇ ਆਪਣਾ ਸ਼ਿੰਗਾਰ ਦਿਖਾਣ ਆਉਂਦੇ ਨੇ ਕਿ ਅਸੀਂ ਬਹੁਤ ਗੁਰਮੁਖ ਹਾਂ। ਪਰ ਅਸਲ ਗੁਰਮੁਖ ਤੇ ਉਹ ਹੈ, ਭਾਵੇਂ ਪੋਹ ਮਾਘ ਹੋਵੇ ਤੇ ਭਾਵੇਂ ਜੇਠ ਹਾੜ ਹੋਵੇ, ਉਹ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਨਜ਼ਰ ਆਉਂਦਾ। ਉਹ ਹੈ ਅਸਲ ਦੇ ਵਿੱਚ ਸੁਹਾਗਣ, ਜਿਹਨੇ ਕਦੇ ਕਦਾਏ ਨਿਕਲਣਾ, ਦਿਖਾਉਣ ਵਾਸਤੇ ਨਿਕਲਣਾ। ਮਹਾਰਾਜ ਕਹਿੰਦੇ ਉਹ ਮੈਂ ਉਹਨੂੰ ਸੁਹਾਗਣ ਨਹੀਂ ਮੰਨਦਾ। ਵਾਹਿਗੁਰੂ ਜੀ ਮਿਹਰ ਕਰਨ, ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਸਾਡੀ ਸੁਹਾਗਣ ਵਾਲੀ ਅਵਸਥਾ ਇਹ ਹੈ ਕਿ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਭੀ, ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਆ ਹੈ ਸੁਹਾਗਣ ਵਾਲਾ ਗੁਣ। ਤੇ ਬੜੀ ਵਾਰ ਜ਼ਿਕਰ ਕੀਤਾ, ਆਉਣ ਵਾਲੇ ਸਮੇਂ 'ਚ ਆਪਾਂ ਹੋਰ 2-4 ਦਿਨ ਤੱਕ ਸਾਹਿਬਜ਼ਾਦਿਆਂ ਨੂੰ ਚੇਤੇ ਕਰਨਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚੇਤੇ ਕਰਨਾ ਹੈ, ਅਸੀਂ ਮਾਤਾ ਗੁਜਰ ਕੌਰ ਜੀ ਨੂੰ ਚੇਤੇ ਕਰਨਾ ਹੈ, ਅਸੀਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਚੇਤੇ ਕਰਨਾ ਹੈ ਕਿ ਇੰਨੀਆਂ ਮੁਸ਼ਕਲਾਂ ਆਈਆਂ, ਇੰਨੀਆਂ ਕਠਿਨਾਈਆਂ ਆਈਆਂ, ਇੰਨੀਆਂ ਔਂਕੜਾਂ ਵੀ ਆਈਆਂ। ਆ ਸਰਦੀ, ਅਸੀਂ ਕਹਿੰਦੇ ਆ ਵੀ ਠੰਡ ਬਹੁਤ ਵੱਧ ਗਈ ਹੈ, ਬਹੁਤ ਜ਼ਿਆਦਾ ਸਰਦੀ ਹੋ ਗਈ ਹੈ, ਘਰੋਂ ਨਿਕਲਣਾ ਵੀ ਔਖਾ ਹੈ। ਪਰ ਇਹ ਦਿਨ ਸਾਨੂੰ ਸਿਖਾਉਂਦੇ ਆ ਕਿ ਜੇ ਅੰਦਰ ਪਿਆਰੇ ਦੀ ਯਾਦ ਬਣੀ ਹੋਵੇ, ਅੰਦਰ ਉਸ ਪਿਆਰੇ ਦੇ ਨਾਲ ਤੰਦ ਜੁੜੀ ਹੋਵੇ, ਤਾਂ ਆ ਸਰਦੀ ਗਰਮੀ ਦੀ ਕੋਈ ਪਰਵਾਹ ਨਹੀਂ। ਅੱਤ ਦੀ ਠੰਡ ਵੀ ਠੰਡੇ ਬੁਰਜ ਵਿੱਚ ਬੈਠ ਕੇ ਤਨ ਤੇ ਚੱਲਦਿਆਂ ਅੰਦਰ ਨਿਰੰਕਾਰ ਦੀ ਯਾਦ ਵਿੱਚ ਜੁੜੇ ਹੋਏ ਨੇ।
ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਾਹਿਬ ਜੀ ਕਹਿੰਦੇ ਨੇ, ਗੁਰ ਸ਼ਬਦੀ ਸ਼ਿੰਗਾਰੀਆਂ, ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਰਾਹੀਂ ਅੰਦਰੋਂ ਸ਼ਿੰਗਾਰ ਦਿੱਤਾ ਹੈ। ਸ਼ਿੰਗਾਰਨਾ ਕੀ ਸੀ? ਸੁਰਤ ਮਤ ਮਨ ਬੁੱਧ ਨੂੰ। ਜਿਵੇਂ ਬਾਹਰੋਂ ਸ਼ਿੰਗਾਰ ਅਸੀਂ ਕਰਦੇ ਹਾਂ, ਆਪਣੇ ਮੂੰਹ ਨੂੰ ਸਵਾਰਦੇ ਹਾਂ, ਆਪਣੇ ਅੱਖਾਂ ਨੂੰ ਸਵਾਰਦੇ ਹਾਂ, ਆਪਣੇ ਦੰਦ ਨੂੰ ਸਵਾਰਦੇ ਹਾਂ, ਹੱਥਾਂ ਪੈਰਾਂ ਦੀਆਂ ਉਂਗਲਾਂ ਸਵਾਰਦੇ ਹਾਂ। ਮਹਾਰਾਜ ਕਹਿੰਦੇ ਸੁਹਾਗਣ ਬਣਨਾ, ਅੰਦਰ ਆਪਣੀ ਸੁਰਤ ਮਤ ਮਨ ਬੁੱਧ ਨੂੰ ਸ਼ਿੰਗਾਰ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਅੰਦਰ ਨੂੰ ਸ਼ਿੰਗਾਰਿਆ, ਤਨ ਮਨ ਪਿਰ ਕੈ ਪਾਸ, ਉਹਨਾਂ ਸੁਹਾਗਣਾਂ ਦਾ ਤਨ ਔਰ ਮਨ ਪਿਰ ਦੇ ਕੋਲ ਹੁੰਦਾ ਹੈ, ਪਿਆਰੇ ਦੇ ਕੋਲ ਉਹ ਬੈਠਦੀਆਂ ਨੇ ਤਨ ਮਨ ਕਰਕੇ। ਦੋਏ ਕਰ ਜੋੜ ਖੜੀ ਤੱਕੈ, ਉਹ ਫਿਰ ਮਨੋਂ ਅਰਦਾਸ ਕਰਦੀਆਂ ਨੇ ਤੇ ਦੋਏ ਹੱਥ ਜੋੜ ਕੇ ਖਲੋ ਕੇ ਉਹਦਾ ਹੀ ਆਸਰਾ ਤੱਕਦੀਆਂ ਨੇ। ਤੱਕੈ ਦਾ ਦੋ ਅਰਥ ਵਿਦਵਾਨਾਂ ਨੇ ਕੀਤੇ ਆ। ਇੱਕ ਉਹਦਾ ਹੀ ਆਸਰਾ ਤੱਕਦੀਆਂ ਨੇ। ਆਪਾਂ ਇਹ ਵੀ ਕਹਿ ਸਕਦੇ ਹਾਂ, ਦੋਏ ਕਰ ਜੋੜ ਖੜੀ ਤੱਕੈ ਦਾ ਅਰਥ, ਮੈਂ ਤਾਣ ਦੇਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਹੈ ਸੁਹਾਗਣ ਵਾਲਾ ਗੁਣ। ਤੇ ਦੂਸਰਾ ਅਰਥ ਹੈ, ਕਹਿਣ ਲੱਗੇ ਇਹ ਜੀਵ ਇਸਤਰੀ ਤੱਕੈ ਉਸ ਖਸਮ ਮਾਲਕ ਦੇ ਦੀਦਾਰ ਕਰਨ ਵਾਸਤੇ ਤੱਕਦੀ ਹੈ ਤੇ ਅਰਦਾਸ ਕਰਦੀ ਹੈ ਕਿ ਮੇਰੇ ਮਾਲਕਾ ਕਿਹੜੇ ਵੇਲੇ ਤੇਰੇ ਦੀਦਾਰ ਹੋਣਗੇ। ਕਿਉਂਕਿ ਗੁਰੂ ਨੇ ਸ਼ਬਦ ਵਿੱਚ ਐਸਾ ਸ਼ਿੰਗਾਰ ਦਿੱਤਾ, ਹੁਣ ਮਨ ਵਿੱਚ ਤੜਪ ਲੱਗੀ ਹੋਈ ਹੈ ਕਿ ਕਿਹੜੀ ਘੜੀ ਹੋਵੇ ਮੈਂ ਆਪਣੇ ਮਾਲਕ ਦੇ ਦੀਦਾਰ ਕਰਾਂ, ਆਪਣੇ ਮਾਲਕ ਦੇ ਦਰਸ਼ਨ ਕਰਾਂ। ਪੰਥ ਨਿਹਾਰੈ ਕਾਮਣੀ ਲੋਚਨ ਭਰੀ ਲੈ ਉਸਾਸਾ। ਕਹਿੰਦੇ ਅੱਖਾਂ ਵੀ ਭਰੀਆਂ ਨੇ ਵੈਰਾਗ ਵਿੱਚ, ਹੋਕੇ ਵੀ ਲੈਂਦੀ ਹੈ ਤੇ ਦਰਵਾਜ਼ੇ ਤੇ ਖਲੋ ਕੇ ਰਾਹ ਵੱਲ ਵੇਖਦੀ ਹੈ ਵੀ ਕਿਹੜੀ ਘੜੀ ਹੋਵੇ ਮੇਰਾ ਮਾਲਕ ਆਵੇ ਤੇ ਮੈਂ ਉਹਦੇ ਦੀਦਾਰ ਕਰ ਸਕਾਂ। ਇਸ ਲਈ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿੱਚ ਅੰਦਰ ਗੁਰੂ ਨੇ ਸ਼ਿੰਗਾਰਿਆ, ਉਹ ਜੀਵ ਇਸਤਰੀਆਂ ਜੜੀਆਂ ਨੇ ਦੋਏ ਕਰ ਜੋੜ ਖੜੀ ਤੱਕੈ ਸੱਚ ਕਹੈ ਅਰਦਾਸ। ਉਹ ਜੋ ਅਰਦਾਸ ਵਿੱਚ ਕਹਿੰਦੀਆਂ ਨੇ ਸੱਚ ਕਹਿੰਦੀਆਂ ਨੇ, ਉਹ ਕੇਵਲ ਵਿਖਾਵਾ ਨਹੀਂ ਹੁੰਦਾ ਉਹਨਾਂ ਵਿੱਚ। ਉਹਨਾਂ ਦੇ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ ਨਹੀਂ ਹੁੰਦਾ। ਉਹ ਦਿਲ ਦੀ ਗਹਿਰਾਈਆਂ ਵਿੱਚੋਂ ਦੀ ਖਲੋ ਕੇ ਆਪਣੇ ਮਾਲਕ ਦੇ ਦਰ ਤੇ ਆਸਰਾ ਲੈ ਕੇ ਅਰਦਾਸ ਬੇਨਤੀਆਂ ਕਰਦੀਆਂ ਨੇ। ਭਾਵ ਇਹ ਨਹੀਂ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਉਹਨਾਂ ਦੀ ਅਰਦਾਸ ਵਿੱਚ ਕੋਈ ਦਿਖਾਵਾ ਨਹੀਂ ਹੁੰਦਾ। ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ। ਕਿਉਂਕਿ ਉਹ ਲਾਲ ਦੇ ਲੱਲੇ ਨੂੰ ਸਿਹਾਰੀ ਹੈ। ਲਾਲ ਵਿੱਚ ਸਾਡਾ ਸੋਹਣਾ ਲਾਲ ਕਿਹੜਾ ਹੈ? ਪਰਮੇਸ਼ਵਰ। ਉਸ ਲਾਲ ਦੇ ਰੰਗ ਦੇ ਵਿੱਚ ਰਤੀਆਂ ਹੋਈਆਂ ਨੇ ਜੀਵ ਇਸਤਰੀਆਂ। ਸੱਚ ਦੇ ਭੈ ਵਿੱਚ ਵਸਦੀਆਂ ਨੇ ਉਹ ਜੀਵ ਇਸਤਰੀਆਂ। ਉਹ ਪਰਮੇਸ਼ਵਰ ਦੇ ਭੈ ਵਿੱਚ ਚੱਲਦੀਆਂ ਨੇ, ਉਹ ਪਰਮੇਸ਼ਵਰ ਦੇ ਭੈ ਵਿੱਚ ਵਸਦੀਆਂ ਨੇ। ਤੇ ਉਹਨਾਂ ਦੇ ਅੰਦਰ ਭਾਏ, ਉਹਨਾਂ ਅੰਦਰ ਭਾਵਨਾ, ਸ਼ਰਧਾ, ਪਿਆਰ, ਉਹਨਾਂ ਵਿੱਚ ਉਹ ਰਤੀਆਂ ਹੁੰਦੀਆਂ ਨੇ। ਤੇ ਉਹ ਕਹਿੰਦੇ ਉਹਨਾਂ ਕੋਲ ਰੰਗ ਰਾਸ, ਉਹਨਾਂ ਕੋਲ ਜਿਹੜਾ ਰਸ ਹੁੰਦਾ ਉਹ ਵੀ ਪਰਮੇਸ਼ਵਰ ਦੇ ਨਾਮ ਦਾ ਹੁੰਦਾ ਹੈ, ਜਾਂ ਉਹ ਪਰਮੇਸ਼ਵਰ ਦੇ ਮਜੀਠੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਜੀਵ ਇਸਤਰੀਆਂ ਕਹਿੰਦੇ ਨੇ ਉਸ ਪਿਆਰੇ ਦੇ ਪ੍ਰੇਮ ਦਾ ਰਸ ਮਾਣਦੀਆਂ ਨੇ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਨੇ ਸ਼ਬਦ ਵਿੱਚ ਸ਼ਿੰਗਾਰਿਆ, ਉਹ ਤਨ ਮਨ ਕਰਕੇ ਪਿਰਦੀਆਂ ਪਿਆਰੇ ਦੀਆਂ ਹੋ ਗਈਆਂ। ਉਹ ਆਪਣੇ ਪਿਆਰੇ ਦੇ ਦਰ ਤੇ ਖਲੋ ਕੇ ਹਮੇਸ਼ਾ ਅਰਦਾਸ ਕਰਦੀਆਂ ਨੇ ਕਿ ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਉਹ ਫਿਰ ਇੱਕ ਦੇ ਦਰ ਤੇ ਖਲੋ ਕੇ ਕਹਿੰਦੀਆਂ ਕਿਸ ਹੀ ਕੋਈ ਕੋਏ ਮੰਝ ਨਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿਤ ਨਾ ਆਵਈ। ਉਹ ਫਿਰ ਸੁਹਾਗਣ ਜਿਹੜੀ ਜੀਵ ਇਸਤਰੀ ਆ ਨਾ, ਉਹ ਕਹਿੰਦੀ ਹੈ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਮੈਂ ਕਿਸੇ ਬੇਗਾਨੇ ਦੇ ਦਰਵਾਜ਼ੇ ਤੇ ਨਹੀਂ ਬਹਿਣਾ। ਜੇ ਤੂੰ ਐਵੇਂ ਰੱਖ ਸੀ ਜਿਉਂ ਸ਼ਰੀਰੋ ਲੈ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਸੁਹਾਗਣ ਬਣ ਕੇ ਕਹਿੰਦੀ ਆ ਮੇਰੇ ਪਿਆਰਿਆ
ਹੁਣ ਤਨ ਮਨ ਤੇਰੇ ਹਵਾਲੇ ਕੀਤਾ ਹੈ। ਜੇ ਮੈਨੂੰ ਤੂੰ ਕਿਸੇ ਹੋਰ ਦੇ ਦਰਵਾਜ਼ੇ ਤੇ ਬਿਠਾਉਣਾ ਹੀ, ਇਹਦੇ ਨਾਲੋਂ ਜਿੰਦ ਕੱਢ ਲਈ, ਪਰ ਮੈਂ ਕਿਸੇ ਹੋਰ ਦੇ ਦਰਵਾਜ਼ੇ ਨਹੀਂ ਬਹਿਣਾ। ਕਈ ਵਾਰ ਆਪ ਜੀ ਨਾਲ ਜ਼ਿਕਰ ਕੀਤਾ ਕਿ ਅਸੀਂ ਬਾਣੀ ਵੀ ਪੜ੍ਹਦੇ ਹਾਂ, ਤਨ ਉੱਤੇ 5 ਕਕਾਰਾਂ ਦਾ ਸ਼ਿੰਗਾਰ ਵੀ, ਇਹ ਸੁਹਾਗਣ ਦੀ ਨਿਸ਼ਾਨੀ ਹੈ। ਜਿਹਦੇ ਅੰਦਰ ਪਿਆਰੇ ਦੇ ਨਾਮ ਦਾ ਰੰਗ ਲੱਗਾ ਨਾ, ਉਹ ਬਾਹਰੋਂ 5 ਕਕਾਰਾਂ ਵਾਲਾ ਸ਼ਿੰਗਾਰ ਕਰਦਾ ਹੈ, ਉਹ ਆ ਦੁਨੀਆ ਦੇ ਵਿਖਾਵੇ ਵਾਲਾ ਸ਼ਿੰਗਾਰ ਨਹੀਂ ਕਰਦਾ। ਇਹ 5 ਕਕਾਰ ਸਾਡੇ ਸ਼ਿੰਗਾਰ ਦੇ ਰੂਪ ਵਿੱਚ ਦਿੱਤੇ ਨੇ ਕਿ ਇਹ ਤੁਹਾਨੂੰ ਦੇਖ ਕੇ ਕਹਿ ਸਕਣਗੇ ਵੀ ਇਹ ਸੁਹਾਗਣ ਹੈ। ਪਰ ਅਸੀਂ ਤੇ 5 ਕਕਾਰਾਂ ਦੀ ਵੀ ਕਦਰ ਨਾ ਕੀਤੀ। ਅਸੀਂ ਆਖਿਆ ਵੀ ਇਹ ਕਕਾਰ ਧਾਰਨ ਕਰ ਲਓ, ਖੰਡੇ ਦੀ ਪਹੁਲ ਲੈ ਕੇ, ਅੰਦਰੋਂ ਕਿਹੜਾ ਵੇਖਣਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ। ਵਾਹਿਗੁਰੂ ਜੀ ਮਿਹਰ ਕਰਨ। ਜਿਹੜੀ ਗੱਲ ਕਰਨ ਲੱਗਾ ਸਾਂ ਕਿ ਕਈਆਂ ਦੇ 5 ਕਕਾਰ ਵੀ ਧਾਰਨ ਕੀਤੇ ਹੁੰਦੇ ਆ, ਕੜਾ ਵੀ ਹੱਥ ਵਿੱਚ ਪਾਇਆ ਹੁੰਦਾ ਹੈ, ਕੰਗਾ ਵੀ ਕੇਸਾਂ ਦੇ ਵਿੱਚ ਹੁੰਦਾ ਹੈ, ਪਰ ਜਦੋਂ ਉਹਨਾਂ ਦੇ ਹੱਥ ਤੇ ਪੈਰ ਵੇਖੀਦੇ ਆ ਤੇ ਕਾਲੇ ਧਾਗੇ ਵੀ ਬੰਨੇ ਹੁੰਦੇ ਉਹਨਾਂ ਦੇ। ਇਹ ਸੁਹਾਗਣ ਦੀ ਨਿਸ਼ਾਨੀ ਨਹੀਂ। ਹਜੇ ਤਨ ਮਨ ਅਸੀਂ ਪਿਆਰੇ ਦੇ ਹਵਾਲੇ ਕੀਤਾ ਹੀ ਕੋਈ ਨਹੀਂ ਹੈ। ਅਸੀਂ ਤੇ ਹਜੇ ਧਾਗਿਆਂ ਦੇ ਵਿੱਚ ਫਸੇ ਪਏ ਆ। ਤੇ ਜੇ ਕਿਸੇ ਨੂੰ ਪੁੱਛ ਲਈਏ ਵੀ ਤੁਸੀਂ ਕੜਾ ਵੀ ਪਾਇਆ, ਸ੍ਰੀ ਸਾਹਿਬ ਵੀ ਹੈ, 5 ਕਕਾਰ ਵੀ ਧਾਰਨ ਕੀਤੇ ਆ, ਤੇ ਆਹ ਹੱਥ ਦੇ ਵਿੱਚ ਨੱਗ ਵੀ ਪਾਇਆ ਹੋਇਆ ਹੈ। ਕਹਿੰਦੇ ਜੀ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਆਹ ਨੱਗ ਪਾ ਲੋਗੇ ਤੇ ਤੁਹਾਡੇ ਕੰਮ ਨਹੀਂ ਰੁਕਣਗੇ। ਤੇ ਫਿਰ ਉਹ ਜਿਹੜਾ ਸ਼ਿੰਗਾਰ ਕੀਤਾ ਉਹਦੇ ਤੇ ਭਰੋਸਾ ਹੀ ਕੋਈ ਨਹੀਂ ਪਿਆਰੇ ਤੇ। ਕਹਿੰਦੇ ਜੀ ਆਹ ਧਾਗਾ ਕਿਉਂ ਬੰਨਿਆ? ਕਹਿਣ ਲੱਗੇ ਜੀ ਕਿਸੇ ਨੇ ਆਖਿਆ ਸੀ ਵੀ ਧਾਗਾ ਬੰਨ ਕੇ ਰੱਖ, ਕੋਈ ਬਲਾ ਨਹੀਂ ਤੈਨੂੰ ਚਿੰਬੜੇਗੀ। ਇਸ ਤਰ੍ਹਾਂ ਦੇ ਜਵਾਬ ਅੱਗੋਂ ਸੁਣਨ ਨੂੰ ਮਿਲਦੇ ਆ। ਇਹਦਾ ਮਤਲਬ ਅਸੀਂ ਬਾਹਰੋਂ ਹੀ ਸੁਹਾਗਣ ਆ, ਅੰਦਰ ਹਜੇ ਸੁਹਾਗਣ ਵਾਲਾ ਗੁਣ ਕੋਈ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਉਹ ਜਿਹੜੀ ਜੀਵ ਇਸਤਰੀ ਸ਼ਿੰਗਾਰੀ ਗਈ ਹੈ ਨਾ, ਉਹ ਤਾਂ ਦੋਏ ਕਰ ਜੋੜ ਖੜੀ ਤੱਕੈ, ਉਹ ਤੇ ਮਾਲਕ ਦਾ ਹੀ ਆਸਰਾ ਤੱਕ ਕੇ ਦੋਏ ਕਰ ਜੋੜ ਅਰਦਾਸ ਕਰਦੀ ਹੈ। ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ। ਮੈਂ ਕਿਸੇ ਹੋਰ ਦੇ ਬੂਹੇ ਨਹੀਂ ਜਾਣਾ, ਮੈਂ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਕਿਉਂ? ਕਿਉਂਕਿ ਉਹ ਲਾਲ ਰੱਤੀ, ਉਹ ਲਾਲ ਦੇ ਪਿਆਰੇ ਦੇ ਰੰਗ ਵਿੱਚ ਰੱਤੀ ਹੁੰਦੀ ਹੈ। ਉਹ ਸੱਚੇ ਮਾਲਕ ਦੇ ਭੈ ਵਿੱਚ ਵਸਦੀ ਹੈ। ਉਹਦੇ ਅੰਦਰ ਭਾਵਨਾ ਹੁੰਦੀ ਹੈ, ਭਾਏ ਰੱਤੀ, ਉਹ ਪ੍ਰੇਮ ਵਿੱਚ ਰੱਤੀ ਹੁੰਦੀ ਹੈ। ਉਹਦੇ ਵਿੱਚ ਪ੍ਰੇਮ ਦੇ ਨਾਮ ਦਾ ਰੰਗ ਔਰ ਉਹਦਾ ਰਸ ਉਹਦੇ ਅੰਦਰ ਹੁੰਦਾ ਹੈ, ਜਿਸ ਕਰਕੇ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਹੀ ਆਪਣਾ ਸਮਾਂ ਬਿਤਾਉਂਦੀ ਹੈ। ਜਿਹਨੂੰ ਗੁਰ ਸ਼ਬਦੀ ਸ਼ਿੰਗਾਰਿਆ, ਗੁਰੂ ਨੇ ਸ਼ਬਦ ਰਾਹੀਂ ਜਿਨ੍ਹਾਂ ਨੂੰ ਅੰਦਰੋਂ ਸ਼ਿੰਗਾਰ ਦਿੱਤਾ ਹੈ। ਪ੍ਰੇ ਕੀ ਚੇਰੀ ਕਾਂਢੀ ਐ, ਲਾਲੀ ਮਾਨੈ ਨਾਉ। ਸਾਚੀ ਪ੍ਰੀਤ ਨਾ ਟੁੱਟਈ, ਸਾਚੇ ਮੇਲ ਮਿਲਾਓ। ਸ਼ਬਦ ਰਤੀ ਮਨ ਵਿਦਿਆ, ਹਉ ਸਦ ਬਲਿਹਾਰੈ ਜਾਓ। ਤੀਸਰੇ ਪਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ, ਕਹਿੰਦੇ ਪ੍ਰਿਆ ਕੀ ਚੇਰੀ ਕਾਂਢੀ ਹੈ। ਕਾਂਢੀ ਹੈ ਉੱਤੇ ਬਿੰਦੀ ਲਾ ਕੇ, ਜੇ ਬਿੰਦੀ ਨਾ ਲਾਵਾਂਗੇ ਨਾਸਿਕਾ 'ਚ ਆਵਾਜ਼ ਨਹੀਂ ਦਿਆਂਗੇ, ਕਾਢੀ ਹੈ ਫਿਰ ਅਰਥ ਹੋਰ ਹੋ ਜਾਣੇ ਆ। ਕਹਿੰਦੇ ਨੇ ਪ੍ਰਿਆ ਕੀ ਚੇਰੀ ਕਾਂਢੀ ਹੈ। ਕਾਂਢੀ ਦਾ ਅਰਥ ਹੁੰਦਾ ਆਖਿਆ ਜਾਂਦਾ ਹੈ ਜਾਂ ਆਖੀਆਂ ਜਾਂਦੀਆਂ ਨੇ, ਉਹ ਮੰਨੀਆਂ ਜਾਂਦੀਆਂ ਨੇ। ਪ੍ਰਿਆ ਕੀ ਚੇਰੀ, ਪਿਆਰੇ ਦੀਆਂ ਦਾਸੀਆਂ ਅਖਵਾਉਂਦੀਆਂ ਨੇ। ਉਹ ਪਿਆਰੇ ਦੇ ਚਰਨਾਂ ਦੀਆਂ ਜਿਹੜੀਆਂ ਨੇ ਉਹ ਦਾਸੀਆਂ ਅਖਵਾਉਂਦੀਆਂ ਨੇ। ਲਾਲੀ ਮਾਨੈ ਨਾਉ, ਜਿਨ੍ਹਾਂ ਦੇ ਅੰਦਰ ਪਿਆਰੇ ਦਾ ਨਾਮ ਦਾ ਰੰਗ ਅੰਦਰ ਚੜਿਆ ਹੋਵੇ ਤੇ ਜਿਹੜੇ ਪਿਆਰੇ ਦੇ ਹੁਕਮ ਦੇ ਵਿੱਚ ਚੱਲਦੀਆਂ ਨੇ, ਜਿਹੜੇ ਉਹਦੇ ਹੁਕਮ ਅਨੁਸਾਰ ਚੱਲਦੀਆਂ ਨੇ, ਜਿਹੜੇ ਉਹਦੇ ਨਾਮ ਨੂੰ ਮੰਨ ਕੇ ਚੱਲਦੀਆਂ ਨੇ। ਅਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਤੂੰ ਖਸਮ ਦੇ ਨਾਮ ਰੰਗ ਵਿੱਚ ਰੰਗ। ਪਰ ਜੇ ਗੱਲ ਤਾਂ ਬਣਨੀ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਜੇ ਉਹਨੂੰ ਮਨ ਕਰਕੇ ਕੋਈ ਮੰਨਣਾ ਕਰੇਗਾ ਤਾਂ ਗੱਲ ਬਣਨੀ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਨ੍ਹਾਂ ਨੇ ਪਿਆਰੇ ਦੇ ਹੁਕਮ ਨੂੰ ਮੰਨਿਆ ਹੈ, ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਦੇ ਰੰਗ ਦੇ ਵਿੱਚ ਰੰਗਣਾ ਕੀਤਾ ਹੈ, ਜਿਨ੍ਹਾਂ ਨੇ ਮੰਨ ਲਿਆ ਵੀ ਅਸੀਂ ਨਾਮ ਤੋਂ ਸਿਵਾ
ਕਿਸੇ ਹੋਰ ਦਾ ਨਾਮ ਨਹੀਂ ਧਿਆਉਣਾ ਹੈ, ਸਾਹਿਬ ਜੀ ਕਹਿੰਦੇ ਨੇ ਉਹ ਪਿਆਰੇ ਦੇ ਚਰਨਾਂ ਦੀਆਂ ਦਾਸੀਆਂ ਅਖਵਾਉਂਦੀਆਂ ਨੇ। ਉਹ ਉਹਦੇ ਹੁਕਮ ਦੇ ਵਿੱਚ ਦਾਸੀਆਂ ਅਖਵਾਉਂਦੀਆਂ ਨੇ, ਸਮਾਜ ਵਿੱਚ ਵਿਖਾਵਾ ਕਰਨ ਵਾਸਤੇ ਨਹੀਂ। ਇੱਕ ਬੇਨਤੀ ਹੋਰ ਕਰਕੇ ਚੱਲਾਂ। ਅਸੀਂ ਸਮਾਜ ਦੇ ਵਿੱਚ ਬੜੀਆਂ ਵੱਡੀਆਂ ਸੇਵਾਵਾਂ ਕਰ ਰਹੇ ਹਾਂ, ਬੜੀ ਵੱਡੀਆਂ। ਉਹ ਕਿਤੇ ਲੋਕ ਵਿਖਾਵਾ ਤਾਂ ਨਹੀਂ, ਕਿਉਂਕਿ ਘਰ ਦੇ ਵਿੱਚ ਬਜ਼ੁਰਗ ਬੈਠਾ ਹੈ, ਘਰ ਦੇ ਵਿੱਚ ਇਸਤਰੀ ਰੂਪ ਵਿੱਚ, ਪੁਰਸ਼ ਰੂਪ ਵਿੱਚ ਬਜ਼ੁਰਗ ਬੈਠੇ ਹੋਏ ਨੇ, ਘਰ ਮਾਤਾ ਪਿਤਾ ਦੇ ਰੂਪ ਵਿੱਚ ਬੈਠੇ ਹੋਏ ਨੇ। ਉਹਨਾਂ ਦੇ ਚਰਨਾਂ ਨੂੰ ਜੇ ਘੁੱਟਣਾ ਪੈ ਜਾਏ ਤੇ ਔਖਾ ਲੱਗਦਾ ਹੈ, ਉਹਨਾਂ ਨੂੰ ਕਿਤੇ ਸੰਭਾਲਣਾ ਪੈ ਜਾਏ ਤੇ ਬੜਾ ਔਖਾ ਲੱਗਦਾ ਹੈ, ਉਹਨਾਂ ਨੂੰ ਪਾਣੀ ਦਾ ਘੁੱਟ ਪਿਆਉਣਾ ਲੈ ਪੈ ਜਾਏ ਤੇ ਬੜਾ ਔਖਾ ਲੱਗਦਾ ਹੈ, ਉਹਨਾਂ ਦੀ ਸਰੀਰਕ ਕਿਰਿਆ ਕਰਵਾਉਣੀ ਪੈ ਜਾਏ ਤੇ ਬੜੀ ਔਖੀ ਲੱਗਦੀ ਹੈ। ਪਰ ਸਮਾਜ ਵਿੱਚ ਅਸੀਂ ਬਹੁਤ ਵੱਡੇ ਸੇਵਾਦਾਰ ਅਖਾਉਂਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਇਹ ਉਸ ਪਿਆਰੇ ਦੀਆਂ ਦਾਸੀਆਂ ਨਹੀਂ ਅਖਵਾ ਸਕਦੀਆਂ, ਕਿਉਂਕਿ ਇਹ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨੇ। ਜੇ ਪਿਆਰੇ ਦੀਆਂ ਖੁਸ਼ੀਆਂ ਲੈਣੀਆਂ ਤੇ ਜੋ ਅਸੀਂ ਲੋਕ ਵਿਖਾਵਾ ਕਰਦੇ ਹਾਂ ਉਹਨੂੰ ਅੰਦਰੋਂ ਕਮਾਉਣ ਦਾ ਵੀ ਯਤਨ ਕਰੀਏ। ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ ਤਾਂ ਬਖਸ਼ਿਸ਼ਾਂ ਮਿਲਣੀਆਂ ਨੇ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਪ੍ਰਿਆ ਕੀ ਚੇਰੀ ਕਾਂਢੀ ਹੈ। ਉਹ ਆਖੀਆਂ ਜਾਂਦੀਆਂ ਨੇ ਪਿਆਰੇ ਦੀਆਂ ਦਾਸੀਆਂ, ਅਖਵਾਉਂਦੀਆਂ ਨੇ। ਲਾਲੀ ਮਾਨੈ ਨਾਉ, ਲਾਲੀ ਦਾ ਅਰਥ ਉਹ ਪਰਮੇਸ਼ਵਰ ਪਿਆਰੇ ਦੇ ਨਾਮ ਦੇ ਰੰਗ ਵਿੱਚ ਰੰਗੀਆਂ, ਜਿਹੜੀਆਂ ਉਹਦੇ ਨਾਮ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦੀਆਂ, ਜਿਹੜੀਆਂ ਉਹਦੇ ਪਿਆਰ ਦੇ ਰੰਗ ਦੇ ਵਿੱਚ ਹੀ ਰੰਗੀਆਂ ਹੋਈਆਂ ਨੇ, ਕਿਸੇ ਹੋਰ ਦੇ ਰੰਗ ਵਿੱਚ ਨਹੀਂ ਰੰਗਦੀਆਂ। ਸਭ ਕਹਿੰਦੇ ਪ੍ਰਿਆ ਕੀ ਚੇਰੀ ਕਾਂਢੀ ਹੈ। ਉਹਨਾਂ ਨੂੰ ਮੰਨਿਆ ਆਖਿਆ ਜਾਂਦਾ ਹੈ ਕਿ ਅਸਲ ਵਿੱਚ ਇਹੀ ਪਿਆਰੇ ਦੀਆਂ ਦਾਸੀਆਂ ਨੇ। ਸਾਚੀ ਪ੍ਰੀਤ ਨ ਟੁੱਟਈ, ਸਾਚਹਿ ਮੇਲ ਮਿਲਾਓ, ਕਿਉਂਕਿ ਉਹਨਾਂ ਅੰਦਰ ਸੱਚੀ ਪ੍ਰੀਤ ਹੁੰਦੀ ਹੈ ਤੇ ਸੱਚੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 15 ਭਗਤ ਬੈਠੇ ਆ, ਸਰੀਰ ਕਰਕੇ ਨਹੀਂ, ਜੀਵ ਇਸਤਰੀ ਕਰਕੇ ਬੈਠੇ ਆ। ਤੇ ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। हे ਮਾਲਕ ਜੀ, हे ਪਿਆਰੇ ਜੀ, ਪਤਾ ਲੱਗਾ ਤੂੰ ਸਾਡਾ ਕੰਤ ਹੈ, ਤੂੰ ਸਾਡਾ ਖਸਮ ਹੈ, ਤੂੰ ਹੀ ਸਾਡੀ ਜ਼ਿੰਦਗੀ ਦਾ ਮਾਲਕ ਹੈ। ਅਸੀਂ ਤੇਰੇ ਨਾਲ ਸੱਚੀ ਪ੍ਰੀਤ ਪਾ ਲਈ ਹੈ, ਹੋਰਾਂ ਦੇ ਨਾਲ ਜਿਹੜੀ ਪ੍ਰੀਤ ਸੀ ਤੋੜ ਦਿੱਤੀ, ਕਿਉਂਕਿ ਹੱਬੇ ਸਾਕ ਕੁੜਾਵੇ ਡਿਠੇ ਤਉ ਪੱਲੇ ਤੈਂਡੇ ਲਾਗੀ। ਆ ਸਾਰੇ ਕੁੜਾਵੇ ਹੀ ਦਿਸਦੇ ਪਏ ਨੇ, ਕੂੜ ਨਾਲ ਭਰੇ। ਇਸ ਲਈ ਸੱਚ ਕੰਤ ਨਾਲ ਜਦੋਂ ਸਾਂਝ ਬਣੀ ਤੇ ਹੱਬੇ ਸਾਕ ਕੁੜਾਵੇ ਡਿਠੇ, ਇਹ ਸਾਰੇ ਕੂੜ ਵਾਲੇ ਦਿਸਣ ਲੱਗ ਪਏ। ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ, ਤੁਮ ਸਿਉ ਤੋਰ ਕਵਨ ਸਿਉ ਜੋਰੈ। ਮੇਰੇ ਮਾਧਵੇ, ਮੇਰੇ ਮਾਲਕ ਜੀ, ਇੱਕ ਕਿਰਪਾ ਕਰੋ, ਜਿਹੜੀ ਸੱਚੀ ਪ੍ਰੀਤ ਦੀ ਤੰਦ ਜੁੜ ਗਈ ਹੈ ਨਾ, ਇਹ ਹੁਣ ਟੁੱਟਣੀ ਨਹੀਂ ਚਾਹੀਦੀ। ਤੇ ਜੇ ਇਹ ਟੁੱਟ ਗਈ ਤੇ ਫਿਰ ਇਹ ਵੀ ਦੱਸ ਦਿਓ ਅਸੀਂ ਜੋੜੀਏ ਕਿਹਦੇ ਨਾਲ, ਕਿਉਂਕਿ ਹੱਬੇ ਸਾਕ ਕੁੜਾਵੇ ਡਿਠੇ, ਹੁਣ ਕਿਸੇ ਹੋਰ ਨਾਲ ਤੇ ਤੰਦ ਜੁੜਨੀ ਕੋਈ ਨਹੀਂ। ਅਸੀਂ ਕਿਹਦੇ ਨਾਲ ਆਪਣੀ ਤੰਦ ਜੋੜੀਏ? ਫਿਰ ਬੇਨਤੀ ਕਰਾਂ, ਜਿਹੜੇ ਮੜੀਆਂ ਮਸਾਣਾ ਨਾਲ ਤੰਦ ਜੋੜੀ ਬੈਠੇ ਆ, ਇੱਥੋਂ ਦੀ ਆਪਣੀ ਤੰਦ ਤੋੜ ਕੇ ਸੱਚੇ ਮਾਲਕ ਦੇ ਨਾਮ ਨਾਲ ਪ੍ਰੀਤ ਪਾਓ, ਤਾਂ ਅਸੀਂ ਸੁਹਾਗਣ ਬਣ ਕੇ ਜੀਵਨ ਲੇਖੇ ਲਾ ਸਕਦੇ ਹਾਂ। ਸਾਹਿਬ ਜੀ ਕਹਿੰਦੇ ਜਿਹੜੀਆਂ ਸੇਵਕ ਪਿਆਰੇ ਦੀਆਂ ਦਾਸੀਆਂ ਅਖਾਉਂਦੀਆਂ ਨੇ, ਕਿਉਂਕਿ ਸਾਚੀ ਪ੍ਰੀਤ ਨਾ ਟੁੱਟਈ। ਕਿਸੇ ਵੀ ਪ੍ਰਕਾਰ ਵਿੱਚ ਉਹਨਾਂ ਅੰਦਰੋਂ ਸੱਚੀ ਪ੍ਰੀਤ ਨਹੀਂ ਟੁੱਟਦੀ ਹੈ। ਸਾਚੇ ਮੇਲ ਮਿਲਾਓ, ਕਿਉਂਕਿ ਸੱਚੇ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਇੱਕ ਮਿਕ ਕਰ ਲਿਆ ਹੈ। ਫਿਰ ਬੇਨਤੀ ਕਰਾਂ, ਸਾਹਿਬਜ਼ਾਦੇ ਕਿਹੜੀ ਕੀਮਤ ਨਹੀਂ ਸੀ ਜਿਹੜੀ ਉਹਨਾਂ ਨੂੰ ਨਹੀਂ ਦਿੱਤੀ ਗਈ ਹੋਏਗੀ? ਕਿਹੜਾ ਵੀ ਉਹਨਾਂ ਨੂੰ ਮੁੱਲ ਨਹੀਂ ਸੀ ਬਿਆਨ ਕੀਤਾ ਵੀ ਦੱਸੋ ਕਿੰਨਾ ਮੁੱਲ ਚਾਹੀਦਾ ਤੁਹਾਨੂੰ, ਕਿੰਨੀ ਕੀਮਤ ਚਾਹੀਦੀ ਹੈ ਸਿੱਖੀ ਛੱਡਣ ਵਾਸਤੇ? ਤੁਹਾਨੂੰ ਹਰ ਮੁੱਲ ਦੇਵਾਂਗੇ, ਹਰ ਕੀਮਤ ਤੁਹਾਨੂੰ ਦੇਵਾਂਗੇ। ਪਰ ਉਹਨਾਂ ਆਖਿਆ ਸੀ ਅਸੀਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਦੀ ਅਰਦਾਸ ਕਰਦੇ ਹਾਂ। ਇਹ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਏ,
ਇਸ ਲਈ ਇਹ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਸਿੱਖੀ ਸਰੂਪ ਨਹੀਂ ਛੱਡ ਸਕਦੇ ਹਾਂ, ਅਸੀਂ ਸਿੱਖੀ ਵਾਲਾ ਰਾਹ ਨਹੀਂ ਛੱਡ ਸਕਦੇ ਹਾਂ। ਤੇ ਅੱਜ ਸਾਡੇ ਅਸੀਂ ਗੁਰਸਿੱਖ ਅਖਬਾਰੇ ਹਾਂ, ਪਰ ਅੰਦਰੋਂ ਜ਼ਮੀਰਾਂ ਵਿਕੀਆਂ ਹੋਈਆਂ ਨੇ ਸਾਡੀਆਂ। ਅਸੀਂ ਬਾਹਰੋਂ ਗੁਰਸਿੱਖ ਅਖਬਾਰੇ ਹਾਂ, ਪਰ ਅੰਦਰ ਦੀ ਹਾਲਤ ਕੀ ਹੈ ਸਾਡੀ? ਵਾਹਿਗੁਰੂ ਜੀ ਮਿਹਰ ਕਰਨ, ਜਿਹੜੀਆਂ ਅਸਲ ਵਿੱਚ ਪਿਆਰੇ ਦੀਆਂ ਦਾਸੀਆਂ ਅਖਾਉਂਦੀਆਂ ਨੇ, ਉਹ ਕਿਸੇ ਪ੍ਰਕਾਰ ਵੀ ਉਹਨਾਂ ਦੀ ਪ੍ਰੀਤ ਦੀ ਤੰਦ ਨਹੀਂ ਟੁੱਟਦੀ। ਸ਼ਬਦ ਰਤੀ ਮਨ ਵੇਦਿਆ, ਕਿਉਂਕਿ ਉਹ ਸ਼ਬਦ ਵਿੱਚ ਰਤੀਆਂ ਹੁੰਦੀਆਂ ਨੇ, ਮਨ ਉਹਨਾਂ ਦੇ ਵਿੱਚ ਵਿੰਨਿਆ ਹੁੰਦਾ ਹੈ, ਮਨ ਉਹਨਾਂ ਵਿੱਚ ਜੁੜਿਆ ਹੁੰਦਾ ਹੈ। ਤੇ ਇੱਥੇ ਆ ਕੇ ਤੀਸਰੇ ਪਦੇ ਵਿੱਚ, ਕਿਉਂਕਿ ਸਮਾਂ ਵੀ ਸਮਾਪਤ ਹੈ, ਤੇ ਤੀਸਰੇ ਪਦੇ ਵਿੱਚ ਸਾਹਿਬ ਜੀ ਕਹਿੰਦੇ ਨੇ, ਜਿਹੜੀਆਂ ਜੀਵ ਇਸਤਰੀਆਂ ਪ੍ਰਿਆ ਕੇ ਚੇਰੀ ਕਾਂਡੀਆਂ ਅਖਵਾਉਂਦੀਆਂ ਨੇ ਵਾਕਈ, ਔਰ ਸਾਚੀ ਪ੍ਰੀਤ ਨਾ ਟੁੱਟਈ, ਜਿਨ੍ਹਾਂ ਦੇ ਅੰਦਰ ਕਿਸੇ ਵੀ ਪ੍ਰਕਾਰ ਇਹ ਪ੍ਰੀਤ ਟੁੱਟ ਨਹੀਂ ਸਕਦੀ ਹੈ, ਜਿਹੜੀਆਂ ਸ਼ਬਦ ਰਤੀ ਮਨ ਵੇਦਿਆ, ਜਿਨ੍ਹਾਂ ਨੇ ਆਪਣਾ ਮਨ ਵਿੰਨ ਲਿਆ ਨਾਮ ਦੇ ਵਿੱਚ, ਔਰ ਸ਼ਬਦ ਦੇ ਰੰਗ ਵਿੱਚ ਰੰਗ ਰਤੜੀਆਂ ਰੂਹਾਂ ਨੇ। ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ, ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਮਾਰੇ ਕਹਿੰਦੇ ਕੰਤ ਤਿਨਾ ਕੇ ਪਾਸ, ਉਹਨਾਂ ਸ਼ਬਦ ਵਿੱਚ ਰੰਗੀਆਂ ਹੋਈਆਂ ਰੰਗ ਰਤੜੀਆਂ ਰੂਹਾਂ ਨੂੰ ਹਉ ਸਦ ਬਲਹਾਰੈ ਜਾਓ। ਗੁਰੂ ਨਾਨਕ ਸਾਹਿਬ ਕਹਿੰਦੇ ਹਉ ਮੈਂ ਇਹੋ ਜਿਹੀਆਂ ਜੀਵ ਇਸਤਰੀਆਂ ਸੁਹਾਗਣ ਪਿਆਰੇ ਦੇ ਚਰਨਾਂ ਵਿੱਚ ਜੁੜਨ ਵਾਲੀਆਂ ਦੇ ਸਦਾ ਸਦਾ ਬਲਹਾਰੇ ਜਾਵਾਂ, ਸਦਕੇ ਜਾਵਾਂ ਮੈਂ। ਕਿਤੇ ਇਹੋ ਜਿਹੇ ਸੁਹਾਗਣ ਨਾਮ ਰੰਗ ਵਿੱਚ ਰਤੀਆਂ ਦੀ ਸੰਗਤ ਮਿਲ ਜਾਏ, ਤੇ ਮੇਰੇ ਅੰਦਰੋਂ ਵੀ ਕਿਤੇ ਇਹ ਦੁਹਾਗਣ ਵਾਲਾ ਅਵਗਣ ਨਿਕਲੇ, ਤੇ ਮੈਂ ਵੀ ਸੁਹਾਗਣ ਬਣ ਕੇ ਮਾਲਕ ਦੇ ਚਰਨਾਂ ਵਿੱਚ ਸਮਾ ਸਕਾਂ। ਜੀਵ ਇਸਤਰੀ ਦੀ ਪੁਕਾਰ ਹੈ, ਕਿਉਂਕਿ ਹਜੇ ਤੇ ਆਪਾਂ ਖਲੋਤੇ ਹੋਏ ਆ, ਕਰਮਹੀਣ ਧਨ ਕਰੇ ਬੇਨੰਤੀ ਵਾਲੀ ਲਾਈਨ 'ਚ ਖਲੋਤੇ ਆ। ਹਜੇ ਇਹ ਸੁਹਾਗਣ ਵਾਲੀ ਖੇਡ ਕਿੱਥੇ ਹੈ? ਪਰ ਜਿਨ੍ਹਾਂ ਦੀ ਬਣ ਗਈ ਮੁਬਾਰਕ ਹੈ। ਤੇ ਜੇ ਹਜੇ ਅਵਸਥਾ ਨਹੀਂ ਬਣੀ, ਅਰਦਾਸ ਕਰੋ ਕਿ ਮਾਲਕਾ ਸਾਡੀ ਕਦੋਂ ਸੁਹਾਗਣ ਬਣਨ ਦੀ ਵਾਰੀ ਆਏਗੀ, ਅਸੀਂ ਕਦੋਂ ਸੁਹਾਗਣ ਬਣ ਕੇ ਤੇਰੇ ਚਰਨਾਂ 'ਚ ਲੀਨ ਹੋਵਾਂਗੇ। ਨਹੀਂ ਤੇ ਭਟਕਦਿਆਂ ਤੇ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ, ਬਹੁਤ ਜਨਮ ਵਿਛਰੇ ਥੇ ਮਾਲੋ ਇਹ ਜਨਮ ਤੁਮਾਰੇ ਲੇਖੇ। ਸਾਡੀ ਅਰਦਾਸ ਹੈ ਮਾਲਕਾ, ਤੁਹਾਡੇ ਦਰ ਤੇ ਆਉਂਦਿਆਂ ਕਿਤੇ ਸ਼ਬਦ ਦਾ ਰੰਗ ਅੰਦਰ ਚੜ ਜਾਏ। ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ, ਕਦ ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਕਰਮਹੀਣ ਧਨ ਕਰੈ ਬੇਨੰਤੀ, ਕਰਮਹੀਣ ਧਨ ਕਰੈ ਬੇਨੰਤੀ। ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣ ਰਲੀਆਂ, ਸਭ ਸੁਹਾਗਣ ਮਾਣ ਰਲੀਆਂ। ਇੱਕ ਦੇਵ ਰਾਤ ਮੁਰਾਰੀ, ਇੱਕ ਦੇਵ ਰਾਤ ਮੁਰਾਰੀ। ਇੱਕ ਕਦ ਨਾਨਕ ਆਵੇ ਵਾਰੀ, ਕਦ ਨਾਨਕ ਆਵੇ ਵਾਰੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਕੇ ਇਹ ਤਰਲੇ ਲਈਏ,
ਮਿੰਨਤਾਂ ਕਰੀਏ, ਮਾਲਕ ਜੀ ਅਸੀਂ ਕਦੋਂ ਸੁਹਾਗਣ ਬਣਾਂਗੀਆਂ ਜੀਵ ਇਸਤਰੀਆਂ ਕਰਕੇ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੇ ਸ਼ਬਦ ਵਿੱਚੋਂ 3 ਪਦਿਆਂ ਦੀ ਵਿਚਾਰ ਸਤਿਗੁਰੂ ਜੀ ਨੇ ਆਪ ਮਿਹਰ ਦਾ ਹੱਥ ਰੱਖ ਕੇ ਕਰਵਾਈ ਹੈ। ਇਹ ਵਿਚਾਰ ਸਾਡੇ ਹਿਰਦਿਆਂ 'ਚ ਵਸ ਜਾਏ। ਨਾਮ ਬਾਣੀ ਦੇ ਅਭਿਆਸੀ, ਬਾਣੇ ਬਾਣੀ ਦੇ ਧਾਰਨੀ ਬਣੀਏ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜੁੜੀਏ ਤਾਂ ਕਿ ਸਾਡਾ ਜੀਵਨ ਲੇਖੇ ਲੱਗ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਪ੍ਰਿਆ ਕੀ ਚੇਰੀ ਕਾਂਡੀਐ, ਲਾਲੀ ਮਾਨੈ ਨਾਉ। ਸਾਚੀ ਪ੍ਰੀਤ ਨਾ ਟੁੱਟਈ, ਸਾਚੇ ਮੇਲ ਮਿਲਾਓ। ਸ਼ਬਦ ਰਤੀ ਮਨ ਵਿਦਿਆ, ਹਉ ਸਦ ਬਲਿਹਾਰੈ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।